ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਹੇ ਮੁਹੱਬਤ ਟੌਪਿਕ ਬਿਰਹਾ। ਸੋ ਬਿਰਹਾ ਜਿਹੜਾ ਹੈ, ਬਿਰਹਾ ਮੀਨਸ ਪੈਂਗਸ ਆਫ ਸਪਰੇਸ਼ਨ, ਵਿਛੋੜੇ ਦਾ ਦੁੱਖ, ਵਿਛੋੜੇ ਦੀ ਤਾਂਗ, ਜਿਹਦੇ ਕਰਕੇ ਜਿਹਨੂੰ ਇਹ ਬਿਰਹਾ ਹੁੰਦਾ ਹੈ ਉਹਨੂੰ ਕੋਈ ਹੋਰ ਚੀਜ਼ ਚੰਗੀ ਨਹੀਂ ਲੱਗਦੀ। ਸੋ ਇਸ ਲਈ ਆਪਾਂ ਪਹਿਲਾਂ ਇਹਦਾ ਡੈਫੀਨੇਸ਼ਨ, ਉਸ ਤੋਂ ਬਾਅਦ ਇਹ ਜਿਹੜਾ ਬਿਰਹਾ ਹੁੰਦਾ ਕੀ ਹੈ, ਜੇ ਬਿਰਹਾ ਜ਼ਿੰਦਗੀ ਵਿੱਚ ਨਾ ਹੋਵੇ ਤਾਂ ਉਹਦਾ ਕੀ ਹਾਲ ਹੈ, ਫਿਰ ਆਪਾਂ ਸਾਖੀ ਭਾਈ ਗੁਰਮੁਖ ਸਿੰਘ ਜੀ ਦੀ ਵਿਚਾਰਾਂਗੇ। ਤੇ ਜਿਹੜਾ ਬਿਰਹਾ ਹੈ ਨਾ, ਕਹਿੰਦੇ ਕੈਸਾ ਉਹ ਪਿਆਰ ਹੈ, ਕੀ ਅੰਦਰ ਬੰਦੇ ਦੇ ਕਿੰਨਾ ਕੁ ਪਿਆਰ ਚਾਹੀਦਾ ਹੈ ਟੂ ਰੀਚ ਟੂ ਦ ਲੈਵਲ ਆਫ ਬਿਰਹਾ। ਤੋਂ ਬਿਰਹਾ ਕਿਦੋਂ ਹੁੰਦਾ ਹੈ, ਦੈਨ ਦ ਗੁਰਮੁਖ ਜਿਹੜੇ ਹੁੰਦੇ ਨੇ ਉਹਨਾਂ ਨੂੰ ਬਿਰਹਾ ਕਿਸ ਤਰ੍ਹਾਂ ਹੁੰਦਾ ਹੈ। ਤੇ ਇੱਥੇ ਸਾਖੀ ਆਵੇਗੀ ਇੱਕ ਸੰਤ ਆਤਰ ਸਿੰਘ ਜੀ ਦੀ, ਤੇ ਫਿਰ ਕੰਕਲੂਸ਼ਨ। ਹੁਣ ਸਭ ਤੋਂ ਪਹਿਲਾਂ ਬਿਰਹਾ, ਇਟਸ ਅ ਵੈਰੀ ਡਿਫਿਕਲਟ ਟੌਪਿਕ। ਮੈਂ ਪਹਿਲਾਂ ਇਹ ਕੁਆਲੀਫਾਈ ਕਰ ਦੇਵਾਂ ਆਪਣੇ ਆਪ ਨੂੰ। ਬਿਰਹਾ ਇਜ਼ ਨਾਟ ਈਜ਼ੀ ਟੂ ਅੰਡਰਸਟੈਂਡ, ਕਿਉਂਕਿ ਬਿਰਹਾ ਜਿਹੜਾ ਹੈ ਇੱਕ ਪ੍ਰੇਮ ਦੀ ਇੱਕ ਉਹ ਅਵਸਥਾ ਹੈ ਜਿਹੜੀ ਸਭ ਤੋਂ ਉੱਚੀ ਅਵਸਥਾ ਹੈ ਪ੍ਰੇਮ ਦੀ। ਇਟ ਮੀਨਸ ਜਦੋਂ ਪ੍ਰੇਮ ਐਨ ਸਿਖਰ ਤੱਕ ਪਹੁੰਚ ਜਾਂਦਾ ਨਾ, ਵੈਨ ਪ੍ਰੇਮ ਕਮਸ ਟੂ ਇਟ ਪਿਕ, ਉਦੋਂ ਇਹ ਬਿਰਹਾ ਹੁੰਦਾ ਹੈ। ਨਾਓ ਬਿਰਹਾ ਕੈਨ ਆਲਸੋ ਮੀਨ ਦੈਟ ਵੀ ਵਿਛੋੜਾ ਹੈ। ਹੁਣ ਵਿਛੋੜੇ ਦਾ ਇੱਕ ਹੋਰ ਟਰਮ ਹੈ ਜਿਹਨੂੰ ਆਪਾਂ ਵਿਰਾਗ ਕਹਿੰਦੇ ਹਾਂ। Now we will see how virag and birha is also different. ਇਹ ਦੋਵਾਂ ਵਿੱਚ ਵੀ ਕੀ ਫਰਕ ਹੈ। ਸੋ ਬਿਰਹਾ ਕੀ ਹੈ, ਉਹ ਸਟੇਟ ਆਫ ਮਾਈਂਡ ਹੈ ਜਾਂ ਮਾਈਂਡ ਉਹ ਹਾਲਾਤ ਵਿੱਚ ਚਲਿਆ ਜਾਂਦਾ ਹੈ ਜਿੱਥੇ ਉਹਨੂੰ ਬਹੁਤ ਪੀੜ ਲੱਗਦੀ ਹੈ, ਜਦੋਂ ਉਹਨੂੰ ਫੀਲ ਹੁੰਦਾ ਹੈ ਕਿ ਮੇਰਾ ਪਿਆਰਾ ਮੇਰੇ ਨਾਲੋਂ ਦੂਰ ਹੈ, ਮੇਰਾ ਤੇ ਮੇਰੇ ਪਿਆਰੇ ਦਾ ਵਿਛੋੜਾ ਪੈ ਗਿਆ ਹੈ। ਤੇ ਕਿਉਂ ਇਹ ਫੀਲ ਹੁੰਦਾ ਹੈ, ਬਿਰਹਾ ਕਿਉਂ ਆਉਂਦਾ ਹੈ? ਬਿਕੋਜ਼ ਪਿਆਰ ਇਤਨਾ ਜ਼ਿਆਦਾ ਹੈ, ਪਿਆਰ ਬਹੁਤ ਜ਼ਿਆਦਾ ਹੈ। ਸੋ ਪਿਆਰ ਇੰਨਾ ਹੋ ਗਿਆ ਕਿ ਨਾਟ ਈਵਨ 1 ਸੈਕਿੰਡ ਯੂ ਕੈਨ ਬੈਰ ਦ ਸਪਰੇਸ਼ਨ। ਇੱਕ ਸੈਕਿੰਡ ਵੀ ਉਹਦੇ ਬਗੈਰ ਨਹੀਂ ਰਿਹਾ ਜਾਂਦਾ। ਇਹ ਜਿਹੜਾ ਨਾ, ਇਹ ਬਹੁਤ ਜ਼ਿਆਦਾ ਇਹ ਹਾਲਾਤ ਜਦੋਂ ਮਨ ਨੂੰ ਹੁੰਦੀ ਆ ਨਾ, that nothing else makes any sense other than your beloved one. ਉਹ ਬਿਰਹਾ। Nothing else makes any sense in life. That means nothing is important, nothing is anything to you other than the person that you love. ਹੁਣ ਬਿਰਹਾ ਜਿਹੜਾ ਹੈ ਉਹ ਹੁੰਦਾ ਹੈ ਕਿ ਇਹਨੂੰ ਐਕਸਪਲੇਨ ਨਹੀਂ ਆਪਾਂ ਕਰ ਸਕਦੇ। ਹਾਊ ਟੂ ਐਕਸਪਲੇਨ? ਬਿਕਾਜ਼ ਇੱਕ ਸਟੇਟ ਆਫ ਮਾਈਂਡ ਜਿੱਥੇ ਮਾਈਂਡ ਹਾਰ ਜਾਂਦਾ। ਨਾਓ ਮਾਈਂਡ ਵੀ ਹਾਰ ਜਾਂਦਾ ਬਿਕਾਜ਼ as long as mind is there, you will call it, you are still on virag level. ਵਿਰਾਗ ਦੇ ਵਿੱਚ ਕੀ ਹੁੰਦਾ ਹੈ? that means you know what you want, how you want it, in what condition you want it. ਪਰ ਬਿਰਹਾ ਕੋਲ ਇਹ ਕੁਝ ਨਹੀਂ ਹੁੰਦਾ। ਸੋ ਇਹ ਮਾਈਂਡ ਦੀ ਸਟੇਟ ਨਾਲੋਂ ਵੀ ਉੱਚਾ ਚਲਿਆ ਜਾਂਦਾ ਹੈ। ਸੋ ਫਿਰ ਬਿਰਹਾ ਜਿਹੜਾ ਹੈ ਨਾ, ਮੋਸਟ ਇੰਪੋਰਟੈਂਟ ਥਿੰਗ ਇਨ ਬਿਰਹਾ ਇਜ਼, ਤੇ ਬਿਰਹਾ ਸਿਰਫ ਹੋ ਸਕਦਾ ਪਤਾ ਕਿਵੇਂ? ਸਿਰਫ ਗੁਰੂ ਨਾਲ। ਹੁਣ ਦੇਖੋ ਭਾਈ ਗੁਰਦਾਸ ਨੇ ਜਦੋਂ ਉਹਨਾਂ ਨੇ ਪਿਆਰ ਦੀ ਗੱਲ ਦੱਸੀ ਨਾ, ਉਹਨਾਂ ਨੇ ਐਗਜ਼ਾਮਪਲ ਦਿੱਤਾ, ਹੀਰ ਰਾਂਝੇ ਦਾ ਦਿੱਤਾ, ਸੱਸੀ ਪੰਨੂ ਦਾ ਦਿੱਤਾ, ਉਹਨਾਂ ਨੇ ਉਹ ਦਿੱਤਾ। ਪਰ ਉੱਥੇ ਇੱਕ ਪਿਆਰ ਦੀ ਗੱਲ ਹੈ, ਬਿਰਹਾ ਦੀ ਗੱਲ ਨਹੀਂ। ਉੱਥੇ ਰਾਂਝੇ ਨੂੰ ਵਿਰਾਗ ਹੁੰਦਾ ਹੈ, ਉਹ ਕਹਿੰਦਾ ਮੈਨੂੰ ਹੀਰ ਚਾਹੀਦੀ ਹੈ, ਬਟ ਉੱਥੇ ਬਿਰਹਾ ਨਹੀਂ ਸੀ, ਉੱਥੇ ਵਿਰਾਗ ਸੀਗਾ। ਹੁਣ ਇਹਨੂੰ ਡਿਫਰੈਂਟ ਕਰਕੇ ਆਪਾਂ ਕਿਵੇਂ ਸਮਝੀਏ ਕਿ ਵਿਰਾਗ ਤੇ ਬਿਰਹਾ ਦਾ ਕੀ ਡਿਫਰੈਂਸ ਹੈ? Now, the point that we are trying to make here is, birha is that you have to attach yourself with the ultimate. Ultimate ਕੀ ਆ? ਪਰਮਾਤਮਾ, ਰੱਬ ਹੈ, ਗੁਰੂ ਹੈ। ਜਦੋਂ ਗੁਰੂ ਤੇ ਰੱਬ ਨਾਲ ਤੁਹਾਡਾ ਪਿਆਰ ਹੁੰਦਾ ਨਾ, ਉਹ ਸੱਚਾ ਹੈ। Now, when you say ਮੇਰਾ ਪਿਆਰ ਸੱਚਾ ਹੈ, now the question comes whether you are in love with the ਸੱਚਾ or the ਝੂਠਾ। ਜਿਹਦੇ ਨਾਲ ਪਿਆਰ ਹੈ ਉਹ ਸੱਚਾ ਹੈ, ਕਿ ਜੇ ਤੇਰਾ ਪਿਆਰ ਤੁਸੀਂ ਕਹਿੰਦੇ ਸੱਚਾ ਹੈ, ਪਰ ਜਿਹਦੇ ਨਾਲ ਪਿਆਰ ਹੈ ਉਹ ਸੱਚਾ ਹੈ ਕਿ ਨਹੀਂ? ਸੋ ਦੈਟ ਮੇਕਸ ਅ ਲੋਟ ਆਫ ਡਿਫਰੈਂਸ। ਹੁਣ ਜੇ ਸੱਚੇ ਨੂੰ
ਸੱਚਾ ਪਿਆਰ ਸੱਚੇ ਨਾਲ ਹੋ ਜਾਵੇ ਉਹਨੂੰ ਬਿਰਹਾ ਕਹਿੰਦੇ ਹਾਂ, ਉਹਦੇ ਵਿਛੋੜੇ ਨੂੰ। ਓਕੇ, ਲੈਟਸ ਗੋ ਨਾਓ ਅਗੇਨ। ਇਫ ਲਵ brings the greatest joy, its separation is the greatest pain. That is the bottom line. ਜਿੰਨਾ ਜ਼ਿਆਦਾ ਤੁਹਾਨੂੰ ਕੋਈ ਚੀਜ਼ ਦੇ ਨਾਲ ਪਿਆਰ ਹੈ, ਉਹਦੇ ਵਿਛੋੜੇ ਦਾ ਉਨਾ ਹੀ ਤੁਹਾਨੂੰ ਦੁੱਖ ਹੈ। ਫਿਰ ਜਿਹਦੇ ਨਾਲ ਜੇ ਪਿਆਰ ਸਭ ਤੋਂ ਤਾਕਤਵਰ ਚੀਜ਼ ਹੈ, ਤਾਂ ਪਿਆਰ ਨਾਲੋਂ ਵਿਛੋੜਾ ਜਿਹੜਾ ਹੈ ਉਹ ਸਭ ਤੋਂ ਤੁਹਾਨੂੰ ਕਮਜ਼ੋਰ ਕਰ ਦਿੰਦਾ, ਉਹ ਪਾਵਰਲੈਸ ਸਟੇਟ ਹੋ ਜਾਂਦਾ ਹੈ। So it's both extreme. See, when you go on extreme, the results are also extreme. The condition becomes extreme as well. ਉਹ severe ਹੋ ਜਾਂਦਾ ਹੈ, ਉਹ ਬਹੁਤ ਸੀਰੀਅਸ ਹੋ ਜਾਂਦਾ ਹੈ। ਚਲੋ ਹੁਣ ਦੇਖੋ ਇੱਥੇ, ਅਹਨਸ ਜਾਗੈ ਨੀਂਦ ਨਾ ਸੋਵੈ। ਕਹਿੰਦੇ ਜਿਹਨੂੰ ਬਿਰਹਾ ਹੁੰਦਾ ਹੈ ਨਾ, ਕਹਿੰਦੇ ਉਹ ਰਾਤ ਤੇ ਦਿਨ ਉਹਨੂੰ ਨੀਂਦ ਨਹੀਂ ਆਉਂਦੀ, ਉਹ ਜਾਗਦਾ ਰਹਿੰਦਾ ਹੈ ਫਿਜ਼ੀਕਲੀ। ਨੀਂਦ ਨਾ ਸੋਵੇ, ਉਹ ਨੀਂਦ ਵਿੱਚ ਨਹੀਂ ਸੌਂਦਾ। ਆਪਾਂ ਪਹਿਲਾਂ ਫਿਜ਼ੀਕਲੀ ਲਈਏ, ਜਿਵੇਂ ਇਹ ਸ਼ਬਦ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਖਿਆ, ਆਪਾਂ ਉਵੇਂ ਸਮਝੀਏ ਪਹਿਲਾਂ ਆਪਣੀ ਕੰਡੀਸ਼ਨ ਲੈ ਕੇ। ਕਹਿੰਦੇ ਉਹ ਬੰਦੇ ਨੂੰ ਨੀਂਦ ਨਹੀਂ ਆਉਂਦੀ, ਰਾਤ ਦਿਨ ਉਹ ਜਾਗਦਾ ਰਹਿੰਦਾ ਹੈ। ਇਹ ਗੱਲ ਜਿਹੜੀ ਹੈ ਬਹੁਤ ਲੋਕਾਂ ਨਾਲ ਹੁੰਦੀ ਹੈ, ਜਿਨ੍ਹਾਂ ਨੂੰ ਕੋਈ ਕੰਮ ਪੈ ਜਾਵੇ, ਕਿਸੇ ਨਾਲ ਬਹੁਤਾ ਲਗਾਅ ਹੋ ਜਾਵੇ ਜਾਂ ਥੋੜਾ ਬਹੁਤਾ ਪਿਆਰ ਹੋ ਜਾਵੇ, ਰਾਤ ਦਿਨੇ ਉਹ WhatsApp ਤੇ ਲੱਗੇ ਰਹਿੰਦੇ ਨੇ, ਉਹ ਫੋਨ ਤੇ ਲੱਗੇ ਰਹਿੰਦੇ ਨੇ। ਸੋ ਦੇਖੋ ਉਹ ਅਵਸਥਾ ਆ ਗਈ ਨਾ, ਰਾਤ ਤੇ ਦਿਨ ਉਹਨਾਂ ਨੂੰ ਚੈਨ ਨਹੀਂ ਹੈਗਾ, ਨੀਂਦ ਨਹੀਂ ਆਉਂਦੀ। ਪਰ ਇੱਥੇ ਜਿਹੜਾ ਅਰਥ ਬਣਦਾ ਹੈ ਨਾ, ਸੈਕਿੰਡ ਅਰਥ ਜਿਹੜਾ ਹੈ ਨਾ, ਐਨਿਸ ਜਾਗੈ, ਉਹ ਰਾਤ ਦਿਨ ਜਾਗਦੇ ਰਹਿੰਦੇ ਨੇ ਗੁਰਮੁਖ। ਕਿਉਂ? ਉਹ ਵਾਹਿਗੁਰੂ ਵਾਹਿਗੁਰੂ ਕਰਦੇ। ਉਹ ਕਹਿੰਦੇ ਵੀ ਇੱਕ ਥੋੜਾ ਜਿਹਾ ਵੀ ਵਿਛੋੜਾ ਮੇਰੇ ਪਿਆਰੇ ਨਾਲ ਨਾ ਹੋਵੇ। ਜਿਹੜੇ ਸੰਤ ਮਹਾਂਪੁਰਸ਼ ਆ ਨਾ, ਉਹਨਾਂ ਦਾ ਇਹ ਹੁੰਦਾ ਹੈ, ਜਿਵੇਂ ਸੰਤ ਗੁਰਬਚਨ ਸਿੰਘ ਜੀ ਹੋਏ ਨਾ, ਕਹਿੰਦੇ, ਜਾਂ ਸੰਤ ਕਰਤਾਰ ਸਿੰਘ ਜੀ ਹੋਏ ਨਾ, ਕਹਿੰਦੇ ਉਹ ਰਾਤ ਨੂੰ ਸੌਂਦੇ ਨਹੀਂ ਹੁੰਦੇ ਸੀਗੇ। ਉਹਨਾਂ ਨੇ ਸੌਣਾ ਸਿਰਫ 1 ਘੰਟਾ 1.5 ਘੰਟਾ ਤੱਕ ਸੀ। ਪਰ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਹੈ, ਕਿਉਂ ਨਹੀਂ ਸੌਂਦੇ? ਕਹਿੰਦੇ ਜੇ ਪਾਣੀ ਨੂੰ ਤੁਸੀਂ ਰੋਕ ਕੇ ਰੱਖੋ ਨਾ, ਡੈਮ ਬਣਾ ਲਓ, ਪਾਣੀ ਨੂੰ ਇਕੱਠਾ ਕਰ ਲਓ, ਕਹਿੰਦੇ ਘੰਟੇ ਵਾਸਤੇ ਤੁਸੀਂ ਪਾਣੀ ਛੱਡਦੇ ਹੋ, ਕਿੰਨਾ ਪਾਣੀ ਲੰਘ ਗਿਆ। ਫॉर them it's like, life, the breath is just like the water that you are collecting. ਕਹਿੰਦੇ ਜੇ ਮੈਂ ਸੌਂ ਗਿਆ, ਮੇਰੇ ਕਿੰਨੇ ਸਵਾਸ ਚਲੇ ਗਏ ਵਿਦਆਊਟ ਵਾਹਿਗੁਰੂ। That's why they don't like to sleep. ਉਹ ਅਨਦਿਨ ਉਹ ਅਹਨਿਸ ਜਾਗਦੇ ਨੇ। ਉਹ ਕਹਿੰਦੇ ਥੋੜਾ ਜਿਹਾ ਵੀ ਸਮਾਂ ਐਸਾ ਨਾ ਲੰਘ ਜਾਵੇ ਜਿੱਥੇ ਮੈਂ ਨਾਮ ਨੂੰ ਮਿਸ ਕਰ ਜਾਵਾਂ। ਓਕੇ, ਦੈਨ ਨੀਂਦ ਨਾ ਸੋਵੇ, ਉਹ ਅਗਿਆਨਤਾ ਦੀ ਨੀਂਦ ਵਿੱਚ ਨਹੀਂ ਸੌਂਦੇ। ਅਗਿਆਨਤਾ ਮੀਨਸ ਇਗਨੋਰੈਂਸ। ਉਹ ਇਗਨੋਰੈਂਸ ਦੀ ਨੀਂਦ ਵਿੱਚ ਨਹੀਂ ਸੌਂਦੇ। ਦੈਟ ਮੀਨਸ ਇਫ they are given a very precious gift, they don't get lost into it. ਉਹ ਉਹਦੇ ਵਿੱਚ ਗਵਾਚ ਨਹੀਂ ਜਾਂਦੇ। ਉਹਨਾਂ ਨੂੰ 1 million ਦੇ ਦਿਓ, 10 million ਦੇ ਦਿਓ, it doesn't matter to them, because for them 10 million 1 million doesn't make any difference to them, because ਇਹ ਝੂਠਾ ਹੈ, ਸੱਚਾ ਨਹੀਂ ਹੈ। ਸੱਚਾ ਪਰਮਾਤਮਾ ਹੈ। once they know that fact, so the ਦੁਨੀਆ ਦੀਆਂ ਜਿੰਨੀਆਂ ਐਸੈਟਸ ਆ ਸਾਰੀਆਂ ਉਹਨਾਂ ਨੂੰ ਝੂਠੀਆਂ ਲੱਗਦੀਆਂ, ਚਾਹੇ ਹੋਵੇ ਚਾਹੇ ਨਾ ਹੋਵੇ, doesn't make difference, because the most important thing is what? your ਸਵਾਸ। ਜੇ ਸਵਾਸ ਹੀ ਨਹੀਂ ਰਹੀ, 10 million 1 trillion ਕੀ ਕਰੇਗਾ ਤੁਹਾਡੇ ਵਾਸਤੇ? ਇਟਸ ਯੂਸਲੈਸ। ਸੋ ਉਹਦੇ ਕਰਕੇ ਜਾਗਦੇ ਨੇ। ਹੁਣ ਸੈਕਿੰਡ ਲਾਈਨ ਆ, ਸੋ ਜਾਣੈ ਜਿਸ ਵੇਦ ਨ ਹੋਵੇ। ਪਰ ਇਹ ਅਵਸਥਾ ਕੈਨ ਬੀ ਓਨਲੀ ਐਕਸਪੀਰੀਅੰਸ ਐਂਡ ਕੈਨੋਟ ਬੀ ਐਕਸਪਲੇਨਡ। ਇਹ ਉਹੀ ਜਾਣਦੇ ਨੇ ਜਿਨ੍ਹਾਂ ਨੂੰ ਇਹ ਪੀੜ ਹੁੰਦੀ ਹੈ, ਜਿਨ੍ਹਾਂ ਨੂੰ ਆਪਣੇ ਪਿਆਰੇ ਦੇ ਨਾਲ ਵਿਛੋੜਾ ਮਹਿਸੂਸ ਹੁੰਦਾ ਹੈ, ਉਹਨਾਂ ਨੂੰ ਜਿਨ੍ਹਾਂ ਨੂੰ ਤਾਂਗ ਹੈ ਕਿ ਮੈਂ ਆਪਣੇ ਗੁਰੂ ਤੋਂ ਵਿਛੜ ਗਿਆ ਹਾਂ, ਮੈਂ ਪਰਮਾਤਮਾ ਦਾ ਨਾਮ ਭੁੱਲ ਗਿਆ ਹਾਂ, ਉਹਨਾਂ ਨੂੰ ਵਿਛੋੜਾ ਹੁੰਦਾ ਹੈ। ਐਂਡ ਦਿਸ ਇਜ਼ ਵੇਅਰ ਯੂ ਕੈਨ ਐਨਾਲਾਈਜ਼ yourself, you can assess yourself ਵੀ ਮੈਨੂੰ ਕਿੰਨਾ ਕੁ ਪਿਆਰ ਆ ਬਾਣੀ ਨਾਲ। say like now you are doing Nitnem every day, one day you missed out, then you will be thinking ਅੱਜ ਮੈਂ ਜਪਜੀ ਸਾਹਿਬ ਨਹੀਂ ਕੀਤਾ। that is the avastha I'm talking about. You feel that something is missing now. There is where it starts to have the feel of that avastha is like this. Normally you get up in the morning at 4 a.m. Today you missed out, you get up at 6 o'clock, so you feel very bad. ਮੈਂ ਅੱਜ 4 ਵਜੇ ਦਾ ਸਮਾਂ ਮੈਂ ਲੰਘਾ ਲਿਆ, ਮੈਂ ਅੱਜ ਉੱਠ ਕੱਢਣਾ ਸੀਗਾ, ਅੱਜ ਮੈਂ ਗੁਰਦੁਆਰੇ ਜਾਣਾ ਸੀਗਾ, ਮੈਂ ਕੰਮ 'ਚ ਪੈ ਗਿਆ, ਮੈਂ ਗੁਰਦੁਆਰੇ ਨਹੀਂ ਗਿਆ। ਯੂ ਆਰ ਇਨ ਸਮ ਕੰਟਰੀ ਵੇਅਰ ਦੇਅਰ ਇਜ਼ ਨੋ ਗੁਰਦੁਆਰਾ, ਫॉर ਸਮ ਟਾਈਮਸ ਯੂ ਫੀਲ ਮੈਂ ਗੁਰਦੁਆਰੇ ਨਹੀਂ ਗਿਆ। ਦੈਟ ਇਜ਼ ਦ ਥਿੰਗ, ਦਿਸ ਇਜ਼ ਵਾਟ ਆਈ ਐਮ ਟਾਕਿੰਗ ਅਬਾਊਟ। ਬਟ ਬਿਰਹਾ ਇਜ਼ ਇੰਟੈਂਸ, ਉਹ ਅਵਸਥਾ ਨੂੰ ਇੰਟੈਂਸ ਕਰ ਦੇਣਾ, ਬਹੁਤ ਜ਼ਿਆਦਾ ਹੋ ਜਾਣੀ। ਹੁਣ ਦੇਖੋ ਕਹਿੰਦੇ ਪ੍ਰੇਮ ਕੇ ਕਾਨ
लगे तन भीतर, कहने लगे की हुंदा है, कान की हुंदे आ, तीर, कहंदे लगे वो विछोड़े दे तीर मेरे दिल विच वजे हुए। ना आई फील वुंडेड, मैनू वो दुख है। क्यों? वैद ना जाने कारी जी। हुण वैद डॉक्टर्स ये पीड़ नू नहीं जानते, देखा वो की जाननगे, की जाननगे मेरी पीड़ कित्थे आ। इट्स नॉट अ फिजिकल बॉडी दी पीड़ आ, ये बिरहा है, मैनू विछोड़े दा दुख है। यही अवस्था दे विच जिहड़ा है हुण आपां उल्टा जाइए, जे अपने विच ये बिरहा नहीं हैगा, इट मीनस व्हाट? The equation, you need love, you need true love, you need to be sincere, you need to be truthful. Now, if you plus all this, or is equivalent to each and other, जे ਉਹਦੇ ਵਿੱਚੋਂ ਤੁਸੀਂ equation ਕੱਢ ਦੋ तो love ਨੂੰ ਕੱਢ ਦੋ, ਤਾਂ ਫਿਰ ਬਿਰਹਾ ਨਹੀਂ ਹੈਗਾ। You don't feel you are separated, but you feel separation from your children, ਜਿਹਦੇ ਨਾਲ ਤੁਹਾਨੂੰ ਪਿਆਰ ਆ। ਤੁਸੀਂ ਆਪਣੇ ਘਰ ਵਾਲੀ ਦੇ ਨਾਲ ਫੀਲ ਕਰੋਗੇ, ਬੱਚਾ ਆਪਣੇ ਮਾਂ-ਬਾਪ ਤੋਂ ਕਰੇਗਾ। बट द डिफरेंस ना देखो, गुरबाणी कहती है ना, जे थोड़ी जिंदगी विच ना यू डोंट हैव अ फील ऑफ सेपरेशन, द पेन ऑफ सेपरेशन, योर लाइफ इज यूजलेस। वो बंदे नूं आपां की कहने आ? सैल्फिश। वो अपने आप दे विच ही जीउंदा है, उहनूं नहीं कोई परवाह हैगी कोई उहदा हैगा कोई नहीं हैगा, डजंट मैटर। हुण टेक द लाइफ ऑफ औरंगज़ेब, उहदी लाइफ ऐसी सी, उहदे कोल सेपरेशन है नहीं सीगा। Whoever comes on his way, he will kill. ਉਹਦੀਆਂ ਭੈਣਾਂ ਸੀ, ਵਿਆਹ ਨਹੀਂ ਕੀਤਾ ਕਿਉਂਕਿ ਉਹਨਾਂ ਦੇ ਅੱਗੇ ਹਸਬੈਂਡਸ ਆ ਜਾਣਗੇ, they will claim their ਰਾਜ। ਉਹਨਾਂ ਨੂੰ ਕਿਹਾ ਤੁਸੀਂ ਕੁਆਰੀਆਂ ਰਹੋ। if they talk much, ਉਹਨਾਂ ਨੂੰ ਵੀ ਜੇਲ੍ਹ 'ਚ ਬੰਦ ਕਰਤਾ, ਪਿਓ ਨੂੰ ਮਾਰ ਦਿੱਤਾ, ਭਰਾਵਾਂ ਨੂੰ ਮਾਰ ਦਿੱਤਾ। ਓਕੇ, ਸੋ he did that, ਉਹਦਾ ਪਿਆਰ ਨਹੀਂ ਕਿਸੇ ਨਾਲ ਵੀ ਹੈਗਾ। ਸੋ ਉੱਥੇ ਕਹਿੰਦੇ ਜੇ ਕਹਿੰਦੇ ਇਹ ਪਿਆਰ ਨਾ ਹੋਵੇ ਤੇ ਇਹ ਦੁੱਖ ਸੈਪਰੇਸ਼ਨ ਦਾ ਨਾ ਹੋਵੇ, your life is useless। यूजलैस है वो लाइफ, बिकॉज यू आर लिविंग सैल्फिशनैस। वो सैल्फिश है, तुम बस तुहानूं अपना ही चाहिए, जिहदी तुहानूं लोड़ आ वो टाइम दी तुसीं उहदे नाल लगा कर लेना है, मतलब निकल गया, गो, आई डोंट नीड यू। सो योर लाइफ बिकम्स वेरी लोनली एंड लॉट ऑफ पीपल आर फीलिंग दिस। देखो हुण वैसटर्न वर्ल्ड दे विच एक प्रॉब्लम है बहुत वड्डा, ਜਿਹੜੇ माँ-बाप बुढ़े हुंदे आ ਉਹ ਇਕੱਲੇ ਹੀ ਰਹਿ ਜਾਂਦੇ ਆ, ਉਹਨਾਂ ਦੇ ਧੀ ਪੁੱਤਰ ਉਹਨਾਂ ਦੀ ਬਾਤ ਨਹੀਂ ਪੁੱਛਦੇ। नो वाई? क्योंकि उन्होंने अपनी धी पुत्रां की बात नहीं पूछी। सो दैट्स नॉट लव दा टाई है नहीं उन्होंने आपस में। वो की कहते हैं, यू आर ऑलरेडी 70, नाउ यू गेट आउट फ्रॉम द हाउस, यू डू लिव योर ओन लाइफ, लीव अस, वी हैव टू लिव आवर ओन लाइफ। हुण रोंदे पिटदे आ, घर च मर भी जाते, किसी को पता भी नहीं लगता, महीना मरे पे रहते हैं। सो दिस इज वॉट इज हैपनिंग टू द वर्ल्ड, बिकॉज वो टाई आप तोड़ते, वी आर बिकमिंग वेरी सैल्फिश। आई नीड टाइम, आई नीड स्पेस, आई नीड दिस। सारिਆਂ ਨੂੰ बस अपना टाइम तो स्पेस चाहिए है। पता नहीं उन्होंने नचना या टप्पना है, पता नहीं की भंगड़े पाने उन्होंने, स्पेस टाइम लैके करना की है वो टाइम का। सी दैट्स वाई बहुत रुखापन, इन्हों आप कहते रुखापन, वो जब बहुत रुखा हो जाते हैं। देखो ना, परिवार दे विच जे प्यार ना होवे ना, बहुत रुखापन, सारे रुखे ही है। दैट मीन्स एनी वन कम्स, यू नो, सी अ लॉट ऑफ पीपल आर फीलिंग इट टुडे, द रिश्तेदार विल कम व्हेन दे नीड यू, दे डोंट नीड यू, दे डोंट वांट टू इवन सी यू। जे दुख आ तुहाडे कोल, किसी ने नहीं आके खड़ना। ये सॉरी, अजकल तो कोविड का बहुत सोहना बनना मिल गया। कोविड नूं छड्ड के ताप भी किसी नूं चढ़िया होवे ना, वेरी नाइस बनना, उन्होंने पुछण की लोड़ ही नहीं। कोई सद्दे भी ना, तू आ जा पाई गलबात, नहीं नहीं, मैनूं ताप जा चढ़िया पाया, पीपल विल नेवर कॉल यू। वेरी ईजी हो गया काम, बहुत सौखा ही हो गया। ये रुखापन है। तो महाराज कहते वो लाइफ बिकम्स यूजलेस है, बिकॉज पीपल डोंट नीड यू आफ्टर सम टाइम, एंड यू द टाइम यू नीड दैम, दे विल नॉट नीड यू एनीमोर। जिवें बच्चों है ना, तुसीं अज अपने तो दूर कर दो, उन्होंने प्यार ना दो, एंड यू एक्सपैक्ट दैम टू लव यू, दैन विल नेवर हैपन। सो ये चीज़ नूं महाराज कहते यूजलेस आ, बिरहा तो बगैर जिंदगी। तो महाराज कहते ये जिहड़ी ना एक शरीर जिहड़ा है ना, ये बिकम्स अ प्रिजन फॉर योर सोल। ये वो चीज़ बन जाती है, एक कबर ग्रेवयार्ड बन जाती है थोड़ी सोल वास्ते, टू जस्ट कंटेन द सोल, बिकॉज यू हैव नथिंग इन लाइफ। ਉਹਨੂੰ ਸਰੀਰ ਨਾ ਮੰਨੋ, ਉਹ ਇੱਕ ਗ੍ਰੇਵਯਾਰਡ ਆ, ਇੱਕ ਮਰੀ ਹੋਈ ਸੋਲ ਉਹਦੇ ਵਿੱਚ ਪਈ ਆ, who doesn't feel anything for anyone। See, this is becoming very serious problem ਆ ਦੁਨੀਆ ਦਾ ਅੱਜ, ਬਹੁਤ ਸੀਰੀਅਸ ਪ੍ਰੋਬਲਮ। ਅੱਜ ਕੱਲ ਲਵ ਜਿਹੜਾ ਪਿਆਰ ਆ ਨਾ, ਬਹੁਤ ਘਟ ਗਿਆ। You can just go back to your time when you were very young, say ਤੁਹਾਡੀ ਉਮਰ ਆ ਹੁਣ 50 years ਆ, ਤੁਸੀਂ ਚਲੋ 30 ਸਾਲ 40 ਸਾਲ ਪਹਿਲਾਂ ਚਲੇ ਜਾਓ, ਕਿੰਨਾ ਪਿਆਰ ਹੁੰਦਾ ਸੀਗਾ ਜੀ। Can you imagine? ਅੱਜ ਉਹ ਕਿੱਥੇ ਗਿਆ?
ਦੇਖੋ ਸਾਰਿਆਂ ਨੂੰ ਆਪੋ ਤਾਪੀ ਪੈ ਗਈ, ਇਟਸ ਮੀ, ਇਟਸ ਯੂ, ਇਟਸ ਮੀ, ਇਟਸ ਯੂ, ਬਸ ਉਹੀ ਰੁੱਖਾਪਣ ਜਾ। ਅੱਗੇ ਤਾਂ ਹੁੰਦਾ ਸੀ ਨਾ, ਕਿਸੇ ਨੂੰ ਪੁੱਛ ਲੈ ਰੋਟੀ ਲੈਣੀ ਆ, ਉਹ ਕਹਿੰਦਾ ਨਹੀਂ ਜੀ, ਨਹੀਂ ਰਹਿੰਦਾ, ਨਹੀਂ ਲੈ ਲਾ ਜੀ, ਲੈ ਲਾ, ਨਹੀਂ 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 ਲੈਣੀ ਜੀ, ਲੈ ਲਾ ਜੀ। 3 ਵਾਰੀ ਪੁੱਛੀਦਾ ਹੁੰਦਾ ਨਾ, 3-4 ਵਾਰੀ ਪੁੱਛੇ ਪੈ ਜਾਂਦੇ, ਕਈ ਤਾਂ ਪਲੇਟ 'ਚ ਛੱਡ ਕੇ ਭੱਜ ਜਾਂਦੇ ਆ। ਅੱਜ ਕੱਲ੍ਹ ਰੋਟੀ ਲੈਣੀ ਆ, ਨਹੀਂ ਲੈਣੀ, ਮੁੜ ਕੇ ਨਹੀਂ ਕੋਈ ਪੁੱਛਦਾ। ਸੋ ਹੁਣ ਤੁਸੀਂ ਨਾ ਕਰਿਆ ਕਰੋ। ਮੈਂ ਕਹਿੰਦਾ ਜ਼ਮਾਨਾ ਆ ਗਿਆ, ਜੇ ਲੈਣੀ ਆ ਚੁੱਪ ਕਰਕੇ ਕਹਿੰਦੇ ਪਏ ਰੱਖ ਦੇ। ਇੱਥੇ ਬਹੁਤੇ ਬਹਾਨੇ ਬੁੰਨੇ ਕਰਨ ਦੀ ਲੋੜ ਨਹੀਂ ਗੀ ਵੀ ਮੈਂ ਨਾ ਕਰਦਾ, ਇਹਨਾਂ ਨਥਿੰਗ ਡੂਇੰਗ ਆ। ਅੱਜ ਕੱਲ੍ਹ ਦੂਜੀ ਵਾਰੀ ਕੋਈ ਪੁੱਛਦਾ ਨਹੀਂ, ਨਾ ਤੁਸੀਂ ਬੋਲਣ ਜੋਗੇ ਹੋਣੇ ਆ। ਹੁਣ ਦੂਜੀ ਵਾਰੀ ਕਿਵੇਂ ਕਹੋਗੇ, ਹਾਂਜੀ ਭਾਈ ਲਿਆ ਦੇ, ਕੋਈ ਨਹੀਂ ਰਹਿੰਦੇ, ਤੂੰ ਕਹਿੰਦਾ ਸੀ ਰਹਿੰਦੇ, ਹੁਣ ਰਹਿਣ ਦਿੰਦੇ ਆ, ਠੀਕ ਕੀ ਹੋਊਗਾ। ਦਿਸ ਇਜ਼ ਹਾਊ ਇਟ ਵਰਕਸ ਟੂ ਨਾਊਡੇਜ਼, ਯੂ ਨੋ। ਸੋ ਓਕੇ, ਫਿਰ ਦੇਖੋ ਮਹਾਰਾਜ ਅੱਗੇ ਕਹਿੰਦੇ ਆ ਨਾ, ਗੁਰੂ ਅੰਗਦ ਦੇਵ ਜੀ ਕਹਿੰਦੇ ਜੋ ਸਿਰ ਸਾਈਂ ਨਾ ਨਿਵੈ, ਕਹਿੰਦੇ ਜਿਹੜਾ ਸੀਸ ਆਪਣੇ ਸਾਈਂ, ਆਪਣੇ ਗੁਰੂ ਪਰਮਾਤਮਾ ਅੱਗੇ ਨਹੀਂ ਚੁੱਕਦਾ, ਨਹੀਂ ਬਾਉ ਹੁੰਦਾ, ਸੋ ਸਿਰ ਦੀਜੈ ਕਾਟ, ਉਹਨੂੰ ਕੱਟ ਦਿਓ। ਜਿਹੜਾ ਸੋ ਦੀਜੈ ਡਾਰ, ਕੱਟ ਕੇ ਡਾਰ ਦਿਓ, ਸੜ ਦਿਓ ਉਹਨੂੰ। ਉਹ ਸਿਰ ਕਰਨਾ ਕੀ ਆ ਫਿਰ, ਵਾਟ ਟੂ ਡੂ ਵਿਦ ਦ ਹੈਡ, ਜਿਹਦਾ ਆਪਣੇ ਸਾਈਂ ਆਪਣੇ ਪਿਆਰੇ ਦੇ ਅੱਗੇ ਨਾ ਨਿਵੇਂ। ਤੇ ਕਹਿੰਦੇ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ, ਸੋ ਪਿੰਜਰ ਲੈ ਜਾਰ। ਕਹਿਣਗੇ ਇਹ ਸਰੀਰ ਦੇ ਵਿੱਚ ਜੇ ਵਿਛੋੜੇ ਦਾ ਤੁਹਾਨੂੰ ਦੁੱਖ ਨਹੀਂ ਨਾ ਮਹਿਸੂਸ ਹੁੰਦਾ, ਕਹਿੰਦੇ ਇਹਨੂੰ ਸਾੜ ਦਿਓ। ਫਿਰ ਸਰੀਰ ਰੱਖਣਾ ਕੀ ਕਰਨ ਵਾਸਤੇ। ਹੁਣ ਇੱਥੇ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਦੀ ਸਾਖੀ ਆਉਂਦੀ ਹੈ ਨਾ, ਮਹਾਰਾਜ ਜਦੋਂ ਹਜੇ ਗੁਰੂ ਨਹੀਂ ਬਣੇ ਸੀਗੇ, ਮਹਾਰਾਜ ਦੀ ਉਮਰ ਜਿਹੜੀ ਸੀਗੀ ਉਹ ਟਾਈਮ ਦੇ ਉੱਤੇ ਮਹਾਰਾਜ 16-17 ਈਅਰਸ 올ਡ ਦੇ ਸਨ। ਸੋ ਉਹ ਫਿਰ ਮਹਾਰਾਜ ਗੁਰੂ ਰਾਮਦਾਸ ਨੇ ਉਹਨਾਂ ਨੂੰ ਲਾਹੌਰ ਭੇਜਿਆ ਸੀਗਾ। ਸੋ ਲਾਹੌਰ ਜਦੋਂ 6 ਮਹੀਨੇ ਮਹਾਰਾਜ ਨੂੰ ਰਹਿੰਦਿਆਂ ਹੋ ਗਿਆ, ਮਹਾਰਾਜ ਨੇ ਫਿਰ ਚਿੱਠੀਆਂ ਲਿਖੀਆਂ, ਤਿੰਨ ਚਿੱਠੀਆਂ ਲਿਖੀਆਂ ਸੀਗੀਆਂ, ਜੋ ਆਪਾਂ ਸ਼ਬਦ ਹਜ਼ਾਰਿਆਂ ਵਿੱਚ ਪਹਿਲਾ ਸ਼ਬਦ ਆਪਾਂ ਪੜ੍ਹਦੇ ਹਾਂ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤਿਰਖ ਨਾ ਉਤਰੈ ਸਾਂਤ ਨਾ ਆਵੈ। ਸੋ ਉਹ ਸ਼ਬਦ ਜਿਹੜਾ ਪਹਿਲੀ ਚਿੱਠੀ ਆਉਂਦੀ ਹੈ ਉਹ ਗੁਰੂ ਰਾਮਦਾਸ ਕੋਲ ਨਹੀਂ ਪਹੁੰਚਦੀ। ਦੂਜੀ ਚਿੱਠੀ ਉਹ ਲਿਖਦੇ ਨੇ ਜਿਹੜਾ ਹਨ ਕੀ ਚਿੱਠੀ, ਤੇਰਾ ਮੁਖ ਸੁਹਾਵਾ, ਤੇਰਾ ਮੁਖ ਸੁਹਾਵਾ ਹੈ ਪਾਤਸ਼ਾਹ ਜੀ, ਤੇ ਉਹਦੇ ਉਸਤਤ ਕਰਦੇ ਨੇ। ਦੇਖੋ ਇਹ ਤਾਂਗ ਆ ਨਾ, ਅੰਦਰ ਤਾਂਗ ਆ ਵੀ ਮੈਂ ਤੁਹਾਨੂੰ ਮਿਲਣਾ ਹੈ, ਮੈਂ ਤੁਹਾਨੂੰ ਮਿਲਣਾ ਹੈ, ਮੈਨੂੰ ਸੱਦ ਲਓ, ਪਲੀਜ਼ ਰਿਮੈਂਬਰ ਮੀ, ਆਈ ਐਮ ਸਟਿਲ ਹੇਅਰ। ਸੋ ਕੀ ਹੁੰਦਾ ਹੈ, ਜਿਹੜਾ ਤੇਰਾ ਮੁਖ ਸੁਹਾਵਾ ਜਿਉ ਸਹਿਜ ਤੁਨ ਬਾਣੀ, ਮੇਰੇ ਕੰਨ ਤਰਸਦੇ ਹਨ, ਮੈਂ ਤੁਹਾਡੀ ਆਵਾਜ਼ ਨੂੰ ਸੁਣਨਾ, ਮੈਂ ਤੁਹਾਡੇ ਲਫ਼ਜ਼ਾਂ ਨੂੰ ਸੁਣਨਾ, ਤੁਹਾਡੀ ਆਵਾਜ਼ ਨੂੰ ਸੁਣ ਕੇ ਮੇਰੇ ਕੰਨਾਂ ਨੂੰ ਸ਼ਾਂਤੀ ਆ ਜਾਏਗੀ, ਮੇਰੀਆਂ ਅੱਖਾਂ ਨੂੰ ਠੰਡ ਪੈ ਜਾਏਗੀ। ਹੁਣ ਉਹ ਵੀ ਚਿੱਠੀ ਗੁਰੂ ਰਾਮਦਾਸ ਕੋਲ ਨਹੀਂ ਪਹੁੰਚੀ, ਤੇ ਫਿਰ ਮਹਾਰਾਜ ਕਹਿੰਦਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰੈ ਤੁਤ ਭਗਵੰਤਾ। ਸੋ ਉਹ ਤੀਜੀ ਚਿੱਠੀ ਗਈ, ਉਹ ਮਹਾਰਾਜ ਕੋਲ ਪਹੁੰਚ ਗਈ। ਗੁਰੂ ਰਾਮਦਾਸ ਨੇ ਬਾਬਾ ਬੁੱਢਾ ਜੀ ਨੂੰ ਭੇਜ ਕੇ ਮਹਾਰਾਜ ਨੂੰ ਵਾਪਸ ਲਿਆਂਦਾ, ਤੇ ਸਤਿਗੁਰਾਂ ਨੇ ਫਿਰ ਇਹ ਜਿਹੜਾ ਹਨ ਸਾਰਾ ਕਰਕੇ ਤੇ ਮਹਾਰਾਜ ਨੂੰ ਗੁਰਤਾ ਗੱਦੀ ਦੇ ਦਿੱਤੀ। ਸੋ ਉਦੋਂ ਫਿਰ ਮਹਾਰਾਜ ਨੇ ਕਿਹਾ ਭਾਗ ਹੋਆ ਗੁਰ ਸੰਤ ਮਿਲਾਇਆ, ਵੀ ਮੇਰਾ ਮੇਲ ਹੋ ਗਿਆ। ਉਹ ਉਹਨਾਂ ਨੇ ਮਿਲਾ ਲਿਆ, ਉਹਨਾਂ ਨੇ ਮੈਨੂੰ ਆਪਣੇ ਵਿੱਚ ਮਿਲਾ ਲਿਆ ਸੀ। ਬਿਰਹਾ ਕਿਉਂ ਹੁੰਦਾ ਹੈ? ਬਿਕਾਜ਼ ਇਟਸ ਨਾਟ ਯੋਰ ਚੋਇਸ। ਯੂ ਕੈਨ ਸੇ ਮਹਾਰਾਜ ਆਮ ਕਮਿੰਗ ਟੂ ਯੂ, ਆਮ ਕਮਿੰਗ ਟੂ ਯੂ, ਪਲੀਜ਼ ਟੇਕ ਮੀ। ਯੂ ਕੈਨ ਡੂ ਅਰਦਾਸ ਫॉर ਸ਼ੋਰ, ਬਟ ਮਿਲੋਗੇ ਉਦੋਂ ਜਦੋਂ ਉਹ ਮਿਲਾਵੇਗਾ, ਦੈਟ ਇਜ਼ ਦ ਬਿਰਹਾ। ਮਹਾਰਾਜ ਮੈਨੂੰ ਕਿਦੋਂ ਮਿਲਾਉਂਗੇ ਤੁਸੀਂ? ਵੈਨ ਆਰ ਯੂ ਗੋਇੰ ਟੂ ਕਾਲ ਮੀ ਟੂ ਮਰਜ ਮੀ ਇਨਟੂ ਯੋਰਸੈਲਫ? ਵੈਨ ਆਰ ਯੂ ਗੋਇੰ ਟੂ ਗੈਟ ਟੂ ਮੀ? ਤੁਸੀਂ ਮੈਨੂੰ ਕਿਦੋਂ ਸੱਦਣਾ ਹੈ? ਬਿਰਹਾ ਇਹ ਚੀਜ਼ ਹੈ। See, virag means you still have choice. So you have a choice to think how to get rid of your virag. ਇੱਕ ਕੁੱਤਾ ਵਿਰਾਗ ਹੁੰਦਾ, ਇੱਕ ਗੱਧਾ ਵਿਰਾਗ ਹੁੰਦਾ, ਕਈ ਤਰ੍ਹਾਂ ਦੇ ਵਿਰਾਗ ਵੀ ਹੁੰਦੇ ਨੇ। ਕਈ ਤਾਂ ਵਿਰਾਗ ਹੁੰਦਾ ਹੈ, ਹਾਂਜੀ ਲੜਾਈ ਹੋ ਗਈ ਘਰ ਵਾਲੀ ਦੇ ਨਾਲ, ਮੈਂ ਤਾਂ ਛੱਡਤੀ ਜੀ, ਹੁਣ ਨਹੀਂ ਮੈਂ ਕਰਨਾ ਜੀ, ਹੁਣ ਮੈਂ ਸਭ ਕੁਝ ਛੱਡਤਾ ਜੀ। ਜਦੋਂ ਭੁੱਖ ਲੱਗੀ ਰਾਤ ਨੂੰ, 2 ਘੰਟੇ ਬੀਤੇ, ਰੋਟੀ ਨਾ ਮਿਲੀ, ਫਿਰ ਘਰ ਵਾਲੀ ਕੋਲ ਜਾ ਕੇ ਸੌਰੀ ਆ ਮੈਨਾ, ਉਹਨੂੰ ਕਹਿੰਦੇ ਆ ਗੱਧਾ ਵਿਰਾਗ। ਥੋੜ੍ਹੇ ਚਿਰ ਹੋਇਆ ਸੀ, ਮਾੜਾ ਜਿਹਾ ਭੁੱਖ ਲੱਗੀ ਤੇ ਭੱਜਿਆ ਗਿਆ ਵਾਪਸ, ਹੈ ਨਾ। ਸੋ ਇਹ ਜਿਹੜੇ ਵਿਰਾਗ ਹੁੰਦੇ ਆ ਸ਼ਾਰਟ ਟਰਮ ਵਾਲੇ ਹੁੰਦੇ ਨੇ। ਸੋ ਇਹਨਾਂ ਦੇ ਵਿੱਚ ਉਹ ਬੰਦਾ ਜਿਹੜਾ ਹੈ ਬੌਂਦਲਿਆ ਜਿਹਾ ਹੁੰਦਾ ਹੈ, ਕਹਿੰਦਾ ਉਹਨੇ ਗੁੱਸੇ 'ਚ ਕਹਿਤਾ, ਫਿਰ ਕਹਿੰਦਾ ਨਹੀਂ ਮੈਂ ਸੌਰੀ ਲਾ, ਮੈਨੂੰ ਗੁੱਸਾ ਜਿਹਾ ਚੜਿਆ ਹੋਇਆ ਸੀ, ਨਾ ਮਾਇਨਾ ਸੌਰੀ ਆ 2 ਰੋਟੀਆਂ ਦੇ ਦੇ। ਕਿਉਂ ਵਾਪਸ ਗਿਆ? ਰੋਟੀਆਂ ਖਾਣ ਵਾਸਤੇ, ਰਾਈਟ। ਹਾਂ, ਉਹਨੂੰ ਕਹਿੰਦੇ ਆ ਮਤਲਬ, ਹੈ ਨਾ। ਸੋ ਇੱਥੇ ਜਿਹੜਾ ਹੈ ਇਹ ਲਾਚਾਰੀ ਆ। ਲਾਚਾਰੀ ਮੀਨਸ ਯੂ ਕਾਂਟ ਡੂ ਐਨੀਥਿੰਗ ਅਬਾਊਟ ਇਟ। Now we come to a Sakhi of Bhai Gurmukh Singh Ji Odisha wale. Okay. Now, Sant Gurbachan Singh has a gadwai. Gadwai means a person who stays with him wherever he goes, and he assists him to carry the water whenever ਹੱਥ ਸੁੱਚੇ ਕਰਨੇ ਆ, ਹੋਰ ਕੁਝ ਕਰਨਾ ਹੈ, ਅਸਿਸਟੈਂਟ ਕਹਿ ਲਓ, ਪਰਸਨਲ ਅਸਿਸਟੈਂਟ ਨੂੰ ਗੜਵਈ ਕਹਿੰਦੇ। ਤੇ ਭਾਈ ਗੁਰਮੁਖ ਸਿੰਘ ਉੜੀਸਾ ਵਾਲੇ, ਉੜੀਸਾ means ਉਹ ਥਾਂ ਹੈ, he came to Sant ji, he was not even able to speak Punjabi. ਇਹਨੂੰ ਪੰਜਾਬੀ ਵੀ ਨਹੀਂ ਆਉਂਦੀ ਸੀ। ਉੜੀਸਾ 'ਚ ਰਹਿਣ ਵਾਲਾ ਇਹ ਹਿੰਦੂ ਸੀਗਾ,
ਸੰਤਾਂ ਕੋ ਛੋਟਾ ਹੁੰਦਾ ਆਇਆ ਤੇ ਸੰਤਾਂ ਨੇ ਇਹਨੂੰ ਪਾਲਿਆ, ਇਹਨੂੰ ਸਭ ਕੁਝ ਸਿਖਾਇਆ, ਇਹਨੂੰ ਗਿਆਨੀ ਬਣਾਇਆ, ਅਖੰਡ ਪਾਠੀ ਬਣਾਇਆ, ਕਥਾਕਾਰ ਬਣਾਇਆ। ਸੋ ਉਹ ਸੰਤਾਂ ਦੇ ਨਾਲ ਰਿਹਾ, ਉਹਨੂੰ ਬਹੁਤ ਪਿਆਰ ਸੀਗਾ। ਐਂਡ ਹੀ ਵਾਸ ਕਾਈਂਡ ਆਫ ਪਰਸਨ, ਹੀ ਕੈਨੋਟ ਸਟੇ ਵਿਦਆਊਟ ਸੰਤ ਗੁਰਬਚਨ ਸਿੰਘ, ਦੈਟਸ ਇਟ। ਉਹਨਾਂ ਦੀ ਸੰਗਤ ਨਾ ਮਿਲੇ, ਇਹਦੇ ਵਾਸਤੇ ਦੁਨੀਆ ਮੁੱਕ ਜਾਂਦੀ ਸੀ। ਸੋ ਉਹ ਨਾਲ ਰਹੇ। ਕੀ ਹੋਇਆ, ਔਨ 28 ਜੂਨ 1969 ਦੇ ਵਿੱਚ ਸੰਤ ਗੁਰਬਚਨ ਸਿੰਘ ਜਿਹੜੇ ਹਨ, ਉਹ ਜਿਹੜਾ ਹਨ ਆਪਣੇ ਮਹਾਰਾਜ ਵਿੱਚ ਸਮਾ ਜਾਂਦੇ ਨੇ, ਸਰੀਰ ਛੱਡ ਕੇ ਨਾ। ਉਹਨਾਂ ਦਾ ਜਿਹੜੀ ਬੋਡੀ ਸੀਗੀ ਨਾ, ਉਹ ਮਹਿਤੇ ਉਹਨਾਂ ਨੇ ਛੱਡਿਆ ਆਪਣਾ ਸਰੀਰ, ਉਹਨਾਂ ਨੂੰ ਪਤਾਲਪੁਰੀ ਲੈ ਗਏ। ਪਤਾਲਪੁਰੀ ਆਈ ਥਿੰਕ ਯੂ ਨੋ ਰਾਈਟ, ਕੀਰਤਪੁਰ ਸਾਹਿਬ ਦੇ ਲਾਗੇ, ਹਾਂਜੀ। ਸੋ ਜਿੱਥੇ ਮਹਾਰਾਜ ਨੇ ਉਹ ਬਣਾਇਆ ਹੋਇਆ, ਸੋ ਪਤਾਲਪੁਰੀ ਲੈ ਗਏ ਫॉर ਸੰਸਕਾਰ। ਹੁਣ ਸੰਸਕਾਰ ਵਾਸਤੇ ਸੰਤਾਂ ਦੀ ਜਿਹੜਾ ਹਨ ਉੱਥੇ ਤਿਆਰੀ ਹੋ ਰਹੀ ਆ। ਇਹ ਭਾਈ ਗੁਰਮੁਖ ਨੇ ਪਤਾ ਕੀ ਕੀਤਾ, ਇਹਨੇ ਜਾ ਕੇ ਇਸ਼ਨਾਨ ਕੀਤਾ। ਕੇਸੀ ਇਸ਼ਨਾਨ ਕਰਕੇ ਆਪਣੀ ਪੱਗ ਬੰਨ੍ਹ ਲਈ ਤੇ ਇਹ ਗਏ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਕੋਲ, ਕਹਿੰਦੇ ਜੋ ਸੰਤ ਜਰਨੈਲ ਸਿੰਘ ਤੋਂ ਪਹਿਲਾਂ ਸੀ। ਸੋ ਉਹਨਾਂ ਕੋਲ ਗਏ, ਕਹਿੰਦੇ ਨਾ ਮੈਨੂੰ ਨਾ ਸੰਤ ਗੁਰਬਚਨ ਸਿੰਘ ਦੀ ਕੋਈ ਦਸਤਾਰ ਹੈਗੀ ਆ, ਇਹਨੂੰ ਟਰਬਨ ਹੈਗੀ ਆ? ਉਹ ਕਹਿੰਦੇ ਹੈਗੀ ਆ ਭਾਈ, ਆ ਲੈ ਲਾ। ਉਹਨਾਂ ਨੇ ਲੈ ਕੇ ਨਾ ਆਪਣੀ ਟਰਬਨ ਦੇ ਉੱਤੇ ਟਰਬਨ ਬੰਨ੍ਹ ਲਈ ਤੇ ਕੀ ਕੀਤਾ, ਜੋ ਸੰਤਾਂ ਦਾ ਬੋਡੀ ਰੱਖ ਦਿੱਤੀ ਨਾ ਉੱਥੇ ਰੱਖ ਕੇ, ਤੇ ਉਹ ਲੱਕੜਾਂ ਦੇ ਉੱਤੇ, ਤੇ ਫਿਰ ਉਹਨੂੰ ਲਾਂਬੂ ਲਾਤਾ, ਅੱਗ ਲੱਗਣ ਲੱਗੀ। ਇਹ ਨਾ ਪਰਿਕਰਮਾ ਕਰਨ ਲੱਗ ਪਿਆ। ਹੀ ਵਾਸ ਵਾਕਿੰਗ ਅਰਾਊਂਡ, ਪਰਿਕਰਮਾ ਕਰਦਾ 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 ਜਦੋਂ ਅੱਗ ਬਹੁਤੀ ਹੋ ਗਈ ਨਾ, ਇਹਨੇ ਜਾ ਕੇ ਛਾਲ ਮਾਰੀ ਵਿੱਚ। ਹੀ ਜੰਪ ਇਨਟੂ ਦ ਬਰਨਿੰਗ ਫਾਇਰ। 1969 ਦੀ ਗੱਲ ਆ। ਉਹਨੇ ਜਾ ਕੇ ਛਾਲ ਮਾਰੀ ਨਾ। ਜਿਹੜੇ ਸਿੰਘ ਕੋਲੇ ਖੜੇ ਸੀਗੇ ਨਾ, ਉਹ ਡਰ ਗਏ, ਬਿਕੋਜ਼ ਦੇ ਡਿਡਨਟ ਐਕਸਪੈਕਟ ਦਿਸ ਟੂ ਹੈਪਨ। ਉਹਨਾਂ ਨੇ ਜਾ ਕੇ ਕੋਸ਼ਿਸ਼ ਕੀਤੀ ਕੱਢਣ ਦੀ। ਇਹਨੇ ਕੀ ਕੀਤਾ, ਜਾ ਕੇ ਸੰਤਾਂ ਦੀ ਬੋਡੀ ਨੂੰ ਜੱਫੀ ਪਾ ਲਈ। ਹੀ ਹੋਲਡ ਹਿਮ ਟਾਈਟ ਐਂਡ ਨਾਟ ਈਵਨ ਵਨ ਸਾਊਂਡ ਕੇਮ ਫਰੋਮ ਹਿਮ, ਵੀ ਚੀਕ ਮਾਰੀ ਹੋਵੇ, ਦੁੱਖ ਲੱਗਦਾ ਹੋਵੇ, ਨਥਿੰਗ। ਜਾ ਕੇ ਉਹਨਾਂ ਨੂੰ ਬੋਡੀ ਨੂੰ ਕਰ ਲਿਆ। ਇਹਦਾ ਫੋਟੋ ਵੀ ਹੈਗਾ ਤੇ ਸਲਾਈਡ ਦੇ ਵਿੱਚ, ਦੇਖੋ, ਯੂ ਕੈਨ ਸੀ ਦਾ ਫੋਟੋ। ਸੋ ਉਹਨਾਂ ਨੇ ਜੱਫੀ ਪਾ ਲਈ ਤੇ ਜੱਫੀ ਪਾ ਕੇ ਨਾਲ ਹੀ ਉਹਨਾਂ ਦੇ ਆਪਣਾ ਵੀ ਸਰੀਰ ਤਿਆਗ ਦਿੱਤਾ ਸੀ। ਦਿਸ ਇਜ਼ ਬਿਰਹਾ। ਵੀ ਉਹਦੇ ਉਹਨਾਂ ਦੇ ਵਾਸਤੇ ਕੀ ਸੀਗਾ, ਦ ਬੋਡੀ, ਦ ਲਾਈਫ ਮੀਨਸ ਨਥਿੰਗ ਵਿਦਆਊਟ ਦੇਅਰ ਬਿਲਵਡ। ਉਹ ਪਿਆਰੇ ਤੋਂ ਬਗੈਰ ਬੋਡੀ ਕਰਨੀ ਕੀ ਹੈ, ਇਹ ਜੀਵਨ ਕਰਨਾ ਕੀ ਹੈ। ਦੇ ਡੋਂਟ ਸੀ ਐਨੀਥਿੰਗ ਬਿਯੋਂਡ ਦੇਅਰ ਬਿਲਵਡ ਵਨ। ਸੋ ਉੱਥੇ ਜਿਹੜੀ ਗੱਲ ਹੈ ਨਾ, ਤੇ ਉਸ ਵੇਲੇ ਉਹਨਾਂ ਨੇ ਛਾਲ ਮਾਰਨ ਤੋਂ ਪਹਿਲਾਂ ਇੱਕ ਸ਼ਬਦ ਪੜਿਆ। ਯੂ ਨੋ ਵਾਟ ਵਾਸ ਦ ਸ਼ਬਦ, ਜਿਸ ਪਿਆਰੇ ਸੇ ਉਹ ਨੇਹੋ ਤਿਸ ਆਗੇ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਂਕੇ ਪਾਛੈ ਜੀਵਨ। ਕਹਿਣ ਲੱਗੇ ਕੀ ਜੀਵਨ ਹੈ। ਇਹ ਸ਼ਬਦ ਜਿਹੜਾ ਹੈ ਨਾ, ਪੜ੍ਹਦਿਆਂ ਪੜ੍ਹਦਿਆਂ ਉਹਨਾਂ ਨੇ ਛਾਲ ਮਾਰੀ। ਤੇ ਇਹ ਸ਼ਬਦ ਹੈਗਾ ਗੁਰੂ ਅੰਗਦ ਦੇਵ ਜੀ ਦਾ। ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋ ਸਮਾ ਗਏ ਸੀ ਨਾ, ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਨੂੰ ਚਲੇ ਗਏ। ਮਾਤਾ ਭਿਰਾਈ ਜੀ ਜੋ ਉਹਨਾਂ ਦੀ ਭੂਆ ਜੀ ਸੀਗੀ ਨਾ, ਉਹਨਾਂ ਦੇ ਘਰ ਚਲੇ ਗਏ। ਉੱਥੇ ਜਾ ਕੇ ਮਾਤਾ ਭਿਰਾਈ ਜੀ ਗੁਰੂ ਅੰਗਦ ਦੇਵ ਜੀ ਪੁੱਛਦੇ ਆ, ਗੁਰੂ ਨਾਨਕ ਠੀਕ ਹੈ? ਚੁੱਪ ਰਹੇ, ਕੁਛ ਨਹੀਂ ਬੋਲੇ। ਕਹਿੰਦੇ ਫਿਰ ਉਹਨੇ ਅੰਦਾਜ਼ਾ ਲਾ ਲਿਆ, ਗੁਰੂ ਅੰਗਦ ਦੇਵ ਜੀ ਦੇ ਅੱਖਾਂ ਵਿੱਚੋਂ ਅਥਰੂ ਨੇ, ਟੀਅਰਸ ਆ ਰਹੇ ਨੇ। ਮਹਾਰਾਜ ਕੁਝ ਬੋਲ ਵੀ ਨਹੀਂ ਸਕਦੇ, ਚੁੱਪ ਹੈ। ਅੱਖਾਂ 'ਚੋਂ ਅਥਰੂ ਚੱਲੀ ਜਾਂਦੇ ਗੁਰੂ ਅੰਗਦ ਦੇਵ ਜੀ ਦੇ। ਤੇ ਫਿਰ ਮਾਤਾ ਜੀ ਨੇ ਹਿਸਾਬ ਲਾ, ਕਹਿੰਦੇ ਗੁਰੂ ਮਹਾਰਾਜ ਜੀ ਜੋਤੀ ਜੋਤ ਸਮਾ ਗਏ। ਕਹਿੰਦੇ ਹੁਣ ਕਹਿੰਦੇ ਮੈਂ ਇਸ ਤਰ੍ਹਾਂ, ਕਹਿੰਦੇ ਮੈਂ ਕਿਸੇ ਨੂੰ ਨਹੀਂ ਮਿਲਣਾ, ਮੈਂ ਕੋਈ ਗੱਲ ਨਹੀਂ ਕਰਤੀ। ਗੁਰੂ ਅੰਗਦ ਦੇਵ ਜੀ ਕਹਿੰਦੇ ਬਸ ਇੱਕ ਕਮਰਾ ਦੇ ਦਿਓ। ਉਹਨਾਂ ਨੇ ਕਮਰੇ 'ਚ ਜਾ ਕੇ ਬਹਿ ਗਏ। ਕਹਿੰਦੇ ਪਲਾਸਟਰ ਕਰ ਦਿਓ, ਵਾਲ ਬਣਾ ਦਿਓ, ਆਈ ਐਮ ਨਾਟ ਗੋਇੰਗ ਟੂ ਕਮ ਅਪ, ਮੈਂ ਬਾਹਰ ਨਿਕਲਣਾ ਹੀ ਨਹੀਂ। ਉਹ ਕਮਰੇ ਵਿੱਚ ਗੁਰੂ ਅੰਗਦ ਦੇਵ ਜੀ ਸਟੇਡ ਫॉर 6 months ਵਿਦਆਊਟ ਫੂਡ ਔਰ ਵਾਟਰ। 6 ਮਹੀਨੇ ਅੰਦਰ ਰਹੇ। ਫਿਰ ਸਿੱਖ ਆਏ, ਉਹਨਾਂ ਨੇ ਬੇਨਤੀ ਕਰਕੇ ਕਢਾਏ। ਇਹੀ ਸ਼ਬਦ ਪੜਿਆ ਸੀ ਗੁਰੂ ਅੰਗਦ ਦੇਵ ਜੀ ਨੇ। ਪਹਿਲੀ ਵਾਰੀ ਜੋ ਸਿੱਖ 6 ਮਹੀਨਿਆਂ ਬਾਅਦ ਗੁਰੂ ਅੰਗਦ ਦੇਵ ਜੀ ਕੋਲ ਆਏ, ਕਹਿੰਦੇ ਜਿਸ ਪਿਆਰੇ ਸੋ ਨੇਹੋ ਤਿਸ ਅੱਗੇ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੈ ਜੀਵਨਾ। ਕਿ ਮੈਂ ਗੁਰੂ ਨਾਨਕ ਤੋਂ ਬਗੈਰ ਰਹਿ ਕੇ ਮੈਂ ਕੀ ਕਰਨਾ। ਸੀ ਦਿਸ ਇਜ਼ ਸਮਥਿੰਗ ਨੋ। ਇਹ ਪਿਆਰ ਦੀ ਜਿਹੜੀ ਅਵਸਥਾ ਹੈ ਨਾ, ਬਹੁਤ ਪਿਆਰੀ ਹੈ। ਇਹ ਬਿਰਹੇ ਦੇ ਵਿੱਚ ਵੀ ਸੌਖਾ ਹੈ, ਪਰ ਇਫ ਯੂ ਫੀਲ ਇਟ ਮੇਕਸ ਯੂ ਵੈਰੀ ਸਿੰਸੀਅਰ, ਇਟ ਮੇਕਸ ਯੂ ਵੈਰੀ ਵੈਰੀ ਨੋ। ਉਹ ਚੀਜ਼ ਹੁੰਦੀ ਹੈ ਸੈਲਫ ਬਿਲੋਂਗਿੰਗ ਜਿਹੜੀ ਹੁੰਦੀ ਹੈ ਨਾ, ਇੱਕ ਬਿਲੋਂਗਿੰਗ ਹੁੰਦੀ ਆ, ਇਹ ਚੀਜ਼ ਹੈ। ਸੋ ਕੀ ਹੁੰਦਾ ਹੈ, ਇਹ ਜਿਹੜਾ ਬਿਰਹਾ ਹੈ, ਇਹਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਕਹਿੰਦੇ ਦੇਖੋ ਨਾ, ਗੁਰੂ ਮਹਾਰਾਜ ਦਾ ਜਿਹੜਾ ਪਿਆਰ ਹੈ ਨਾ, ਉਹ ਸੱਚਾ ਹੈ। ਇਸ ਕਰਕੇ ਸੱਚੇ ਨਾਲ ਸੱਚਾ ਪਿਆਰ ਕਰਨਾ, ਉਹ ਸੱਚਾ ਹੈ। ਹੀ ਡਜ਼ਨਟ ਕਮ ਐਂਡ ਗੋ। ਉਹ ਮਤਲਬੀ ਨਹੀਂ ਹੈ। ਉਹ ਤੁਹਾਡੇ ਨਾਲ ਪਿਆਰ ਇਸ ਤਰ੍ਹਾਂ ਨਹੀਂ ਕਰਦਾ ਕਿਉਂਕਿ ਉਹਨੂੰ ਤੁਹਾਡੇ ਤੋਂ ਕੁਝ ਚਾਹੀਦਾ ਹੈ। ਨੋ, ਹੀ ਡੋਨਟ ਨੀਡ ਐਨੀਥਿੰਗ ਫਰੋਮ ਯੂ। ਤੇ ਤੁਸੀਂ ਉਹਦੇ ਨਾਲ ਸੱਚਾ ਪਿਆਰ ਕਰੋ। ਸੱਚੇ ਦੇ ਨਾਲ ਸੱਚਾ ਪਿਆਰ ਨਿਭਦਾ ਹੈ। ਤੇ ਕਹਿੰਦੇ ਇਹ ਜਿਹੜਾ ਝੂਠੀ ਮਾਇਆ ਹੈ ਨਾ, ਸੀ ਆਈ ਹੈਵ ਗੋਟ ਨੋ, ਮੈਨੂੰ ਸਪਰੇਸ਼ਨ ਆ ਕਿਸੇ ਮੇਰੇ ਦੋਸਤ ਮਿੱਤਰ ਨਾਲ, ਮੇਰੀ ਫੈਮਿਲੀ ਨਾਲ। ਨਾਓ ਦਿਸ ਇਜ਼ ਆਲ ਬੀਇੰਗ ਫੀਲਡ ਬਾਈ ਮਾਈ ਸੈਂਸਸ।
ਆ ਮੇਰੇ ਸੈਂਸਸ ਆ ਨਾ, ਅੱਖਾਂ ਹੈ, ਕੰਨ ਹੈ, ਬੋਡੀ, ਸਕਿਨ ਆ, ਇਹ ਫੀਲ ਕਰ ਰਹੇ ਆ। ਐਂਡ ਵਾਈ ਦੇ ਆਰ ਫੀਲਿੰਗ ਦਿਸ? ਇਹ ਫੀਲ ਕਰ ਰਹੇ ਬਿਕੋਜ਼ ਦੇ ਆਰ ਮਿਸਿੰਗ ਸਮਥਿੰਗ। ਦੇ ਆਰ ਮਿਸਿੰਗ ਸਮਥਿੰਗ ਵਿਚ ਟੂ ਮੀ ਆਈ ਥਿੰਕ that ਮੈਨੂੰ ਉਹ ਚੀਜ਼ ਮਿਲ ਜਾਵੇ, ਮੈਂ ਆਈ ਵਿਲ ਬੀ ਹੈਪੀ। ਬਟ ਦਿਸ ਸੈਂਸਰੀ ਔਰਗਨਸ ਜਿਹੜੇ ਆ, ਇਹ ਮਾਇਆ ਦੇ ਪ੍ਰਭਾਵ ਹੇਠ, ਵੀ ਆਰ ਅੰਡਰ ਦ ਇਨਫਲੂਐਂਸ ਆਫ ਮਾਇਆ। ਦੈਟਸ ਵਾਈ ਵੀ ਕੈਨੋਟ ਸੀ ਦ ਟਰੂਥ। ਆਪਾਂ ਨੂੰ ਲੱਗਦਾ ਹੈ ਜੇ ਮੈਨੂੰ ਆ ਮਿਲ ਜਾਵੇ ਆਈ ਐਮ ਹੈਪੀ, ਇਫ ਆਪਾਂ ਨੂੰ ਆ ਮਿਲ ਜਾਵੇ ਆਈ ਐਮ ਹੈਪੀ, ਬਟ end of the day you can get everything that you want but you are still not happy. And you can read these stories again and again in the history of the world. Every day surrounding you, please look at people, they ask for something, they got it, but they are not still happy. So ਇਹ ਸਾਰਾ ਮਾਇਆ ਦਾ ਪ੍ਰਭਾਵ ਹੈ। ਸੋ ਅਗਲਾ ਜਿਹੜਾ ਹੈ, ਇਹ ਬਿਰਹਾ ਜਿਹੜਾ ਹੈ ਗੁਰੂ ਦੇ ਪਿਆਰ ਤੇ ਗੁਰੂ ਤੋਂ ਬਗੈਰ ਨਹੀਂ ਹੋ ਸਕਦਾ, ਬਿਕੋਜ਼ ਗੁਰੂ ਸੱਚਾ ਹੈ। ਉਹਨੇ ਸੱਚੇ ਨੇ ਸੱਚ ਦਿਖਾ ਦੇਣਾ ਤੁਹਾਨੂੰ, ਉਹ ਪਰਦਾ ਚੱਕ ਦੇਣਾ। ਸੀ ਟੂਡੇ ਜਸਟ ਇਮੇਜਿਨ, ਤੁਹਾਡੇ ਅੱਖਾਂ ਦੇ ਸਾਹਮਣੇ ਤੁਹਾਨੂੰ ਲੱਗਦਾ ਹੈ ਆਈ ਨੀਡ ਦਿਸ, ਆਈ ਨੀਡ ਦੈਟ, ਆਈ ਨੀਡ ਦੈਟ, ਇੱਕ ਪਰਦਾ ਹੈ। ਨਾਓ ਯੂ ਰਿਮੂਵ ਦੈਟ ਪਰਦਾ ਐਂਡ ਵਾਟ ਵਿਲ ਯੂ ਸੀ? ਇਟਸ ਆਲ ਗੋਡ, ਪਰਮਾਤਮਾ ਹੀ ਹੈ। ਯੂ ਹੈਵ ਕ੍ਰੀਏਟਡ ਯੋਰ ਨੀਡ। ਆਪਾਂ ਆਪਣੀਆਂ ਨੀਡਸ ਨੂੰ ਕ੍ਰੀਏਟ ਕੀਤਾ ਹੈ, ਬਟ ਇਹ ਆਪਣਾ ignorance ਹੈ। ਆਪਾਂ ਕ੍ਰੀਏਟ ਕਰ ਲੈਂਦੇ ਆ, ਬਟ ਵੀ ਕ੍ਰੀਏਟ one after another, ਬਣਦਾ ਹੀ ਰਹਿੰਦਾ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ। ਇਟਸ not finishing. That's why people have to die and come back again in reincarnation. ਉਹਨਾਂ ਦਾ reincarnation ਫੇਰ ਹੋ ਜਾਂਦਾ, ਉਹ ਪੂਰਾ ਨਹੀਂ ਹੋਇਆ, ਉਹਨੇ ਫੇਰ ਆਉਣਾ, ਉਹਨੇ ਫੇਰ ਆਉਣਾ, ਲੱਗਿਆ ਰਹਿਣਾ, ਮੁੱਕਣਾ ਤਾਂ ਹੈ ਨਹੀਂ ਕੰਮ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਪਿਆਰ ਹੈ ਨਾ, ਕਹਿੰਦੇ ਉਹੀ ਚੀਜ਼ ਆਪਾਂ ਨੂੰ ਬਿਰਹਾ ਦਿਖਾ ਸਕਦੀ ਹੈ ਵੀ ਕਿੰਨਾ ਕੁ ਉਹ ਚੀਜ਼ ਹੈ। when you feel that you are nothing, your beloved is everything. ਓਕੇ, ਫਿਰ ਇਹ ਜਿਹੜਾ ਸਾਰਾ ਜਿਹੜਾ ਹੈ, ਜਿਹੜੀ ਗੱਲ ਹੈ ਮਹਾਰਾਜ ਨੇ ਆਪਾਂ ਨੂੰ ਇਸ ਸ਼ਬਦ ਵਿੱਚ ਦੱਸੀ, ਹੋਰ ਬਿਰਹਾ ਸਭ ਧਾਤ ਹੈ। ਕਹਿੰਦੇ ਕਿ ਸਾਰੇ ਬਿਰਹੇ ਜਿੰਨੇ ਵੀ ਹੈ ਨਾ, ਇਹ ਦੁਨੀਆ ਦੀ ਧਾਤ ਮਾਇਆ ਹੈ। ਮਾਇਆ ਮੀਨਸ ਟੈਂਪਰੇਰੀ। ਫਿਰ ਕਹਿੰਦੇ ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਜਦੋਂ ਉਹ ਮਾਲਕ, ਨਾਓ the owner of everything in this world is God, the sole creator. ਕਹਿੰਦੇ ਜਦੋਂ ਉਹ ਤੱਕ ਉਹਦੇ ਨਾਲ ਪ੍ਰੀਤ ਨਾ ਹੋਈ, ਫਿਰ ਦਾਤ ਪਿਆਰੀ ਵਿਸਿਆਰ ਦਾਤਾਰਾ, ਦਾਤਾਰਾ ਵਿਸਰ ਗਿਆ, ਦਾਤ ਪਿਆਰੀ ਹੋ ਗਈ। you like your gift but you don't like your parents, it's something like that. you like to have things from them but you don't love them. ਹੁਣ ਆਪਾਂ ਵੀ ਰੱਬ ਤੋਂ ਚੀਜ਼ਾਂ ਲੈਂਦੇ ਆਪਾਂ, ਆਪਾਂ ਰੱਬ ਨਾਲ ਪਿਆਰ ਨਹੀਂ ਕਰਦੇ। we love the things that he have given us, we attach ourselves to the material, not to him. ਸੋ ਕਹਿੰਦੇ ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਇਹ ਮਨ ਮਾਇਆ ਮੋਹਿਆ। ਦੈਟਸ ਵਾਈ ਆਵਰ ਮਾਈਂਡ ਇਜ਼ ਇੰਡਲਜ, ਆਪਣਾ ਮਨ ਨੂੰ ਇਨਫਲੂਐਂਸ ਮਾਇਆ ਦਾ ਹੈ। ਸੋ ਇਨ ਦੈਟ ਵੇ ਵੇਖਣ ਸੁਣਨ ਨਾ ਹੋਏ, ਯੂ ਕੈਨ ਸੀ ਗੋਡ ਵਿਦ ਯੋਰ ਆਈਜ਼, ਯੂ ਕੈਨ ਹੀਅਰ ਹਿਮ ਵਿਦ ਯੋਰ ਈਅਰਸ। ਨਹੀਂ ਸੁਣਾਈ ਦਿੰਦਾ, ਨਹੀਂ ਪਰਮਾਤਮਾ ਦਿਸਦਾ, ਬਿਕੋਜ਼ ਪਰਦਾ ਪੈ ਗਿਆ ਮਾਇਆ ਦਾ। ਓਕੇ, ਫਿਰ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਯੂ ਵਿਲ ਨਾਟ ਹੈਵ ਦ ਟਰੂ ਲਵ ਇਨ ਯੂ ਅੰਟਿਲ ਯੂ ਸੀ ਗੋਡ। ਜਦੋਂ ਥੋੜਾ ਪਿਆਰਾ ਤੁਹਾਨੂੰ ਨਾ ਦਿਸੇ ਨਾ, ਉਦੋਂ ਤੱਕ ਕੀ ਹੁੰਦਾ ਹੈ, ਤੁਹਾਡੇ ਅੰਦਰ ਪ੍ਰੀਤ, ਸੱਚਾ ਪਿਆਰ ਨਹੀਂ ਜਾਗਦਾ। ਨਾਓ ਟੂ ਦਿਸ ਆਈ ਕੈਨ ਸੇ, ਵੀ ਕੈਨ ਸੀ ਦ ਹਿਸਟਰੀ ਆਫ ਆਵਰ ਸਿੱਖਸ ਨਾ, ਕਿੰਨਿਆਂ ਨੇ ਸ਼ਹੀਦੀਆਂ ਪਾਈਆਂ, ਕਿੰਨਿਆਂ ਨੇ ਬੰਦ ਕਟਵਾਏ, ਕਿੰਨਿਆਂ ਨੇ ਗੋਲੀਆਂ ਖਾਧੀਆਂ, ਕਿੰਨਿਆਂ ਨੇ ਬੰਬ ਖਾਧੇ। ਵਾਈ? ਉਹਨਾਂ ਨੇ ਆਪਣੇ ਗੁਰੂ ਨੂੰ ਦੇਖ ਲਿਆ, ਉਹਨਾਂ ਨੇ ਗੁਰੂ ਦੀ ਪ੍ਰੀਤੀ ਦੇਖ ਲਈ, ਐਂਡ ਫॉर them nothing else matters anymore. ਉਹੀ ਹੈ। and to die for him is an honor. ਇਹ ਨਹੀਂ ਵੀ ਤੁਸੀਂ ਕੋਈ ਉਹਦੇ ਉੱਤੇ ਸ਼ਾਨ ਕਰ ਰਹੇ ਹੋ, ਗੁਰੂ ਨਾਨਕ I die for you. No, it's an honor for you ਕਿ ਮਹਾਰਾਜ ਨੇ ਮੈਨੂੰ ਮੌਕਾ ਦਿੱਤਾ to give to sacrifice this body for him, ਜਿਹੜੀ ਅਲਟੀਮੇਟਲੀ ਤਾਂ ਮਰਨਾ ਹੀ ਹੈ। ਸੋ ਕਹਿੰਦੇ ਅੰਧਾ ਕਿਆ ਕਰੇ, ਅੰਧਾ ਬੰਦਾ ਕੀ ਕਰ ਸਕਦਾ ਹੈ। you don't have eyes to see, how will you see? and here ਅੰਧਾ is what? ਆਪਣੇ ਵਰਗਾ, ਦਿਸਦਾ ਨਹੀਂ। I cannot see God. I can see walls, I can see windows, I can see people, but I can't see God. अंधा है। फिर कह नानक जिन अखी लितियां, फिर देखो गुरु अमरदास जी कहते, हे परमात्मा, ये माया भी तो तू ही बनाई है ना, माया, ये माया तू बनाई है, ਇਹਦਾ ਇਨਫਲੂਐਂਸ ਮਾਇਆ ਦਾ ਤਾਂ ਹੀ ਮੇਰੇ ਤੇ ਪਿਆ ਨਾ, ਕਿਉਂਕਿ ਤੂੰ ਬਣਾਈ ਆ ਨਾ। ਸੋ ਯੂ ਹੈਵ ਟੇਕਨ ਮਾਈ ਆਈਜ਼ ਐਂਡ ਈਅਰਸ, ਰਾਈਟ? ਇਹ ਮਾਇਆ ਦਾ ਪ੍ਰਭਾਵ, ਇਨਫਲੂਐਂਸ ਮੇਰੇ ਤੇ ਪਾ ਕੇ ਤੂੰ ਮੇਰੇ ਤੋਂ ਇਹ ਅੱਖਾਂ ਤੇ ਕੰਨ ਲੈ ਲੇ। ਤੇ ਕਹਿੰਦੇ ਸੋਈ ਸੱਚਾ ਦੇ, ਹੇ ਗੁਰੂ ਮਹਾਰਾਜ, ਜੇ ਤੂੰ ਲੈ ਲੀਆਂ ਸੀ ਹੁਣ ਵਾਪਸ ਵੀ ਦੇ ਦੇ। ਦੇਖੋ ਉਹ ਪਰਦਾ ਕਰਦੇ ਮਾਇਆ ਦਾ ਮੇਰੇ ਅੱਖਾਂ ਦੇ ਸਾਹਮਣੇ। ਸੀ ਦਿਸ ਇਜ਼ ਹਾਊ ਗੁਰਬਾਣੀ ਵਰਕਸ। ਸੇ ਗੁਰਬਾਣੀ ਜਿਹੜੀ ਹੈ ਨਾ ਰੱਬ ਹੈ,
Why? It's complete. See, in this one shabd, Maharaj has given you all the scenarios, all the problems, all the matters, and also the solution. Ultimate solution ਵੀ ਤੁਹਾਨੂੰ ਦੇਤਾ। ਤੁਸੀਂ ਮਾਇਆ ਨੂੰ ਪਰਮਾਤਮਾ ਤੋਂ ਅਲੱਗ ਵੀ ਨਾ ਸਮਝੋ, ਇਹ ਵੀ ਉਹਦੀ ਹੋਈ ਆ। Still go back to him. See, every reason you have to go back to him. ਚੰਗਾ ਹੈ, ਮਾੜਾ ਹੈ, this and that, still ਵਾਹਿਗੁਰੂ ਹੈ, ਹੋਰ ਨਹੀਂ ਕੁਛ ਹੈਗਾ। ਸੋ ਅੱਗੇ ਦੇਖਣਾ ਗੁਰਮੁਖ ਐਂਡ ਬਿਰਹਾ ਨਾ। ਗੁਰਮੁਖ ਜਿਹੜਾ ਹੈ ਹਮੇਸ਼ਾ ਹੀ ਗੁਰੂ ਆਪਣੇ ਗੁਰੂ ਦੇ ਬਿਰਹਾ ਵਿੱਚ ਰਹਿੰਦਾ। ਜਿਵੇਂ ਕਾਬਲ ਵਿੱਚ ਬੈਠਾ ਸਿੱਖ ਸੀ ਨਾ, ਆਪਾਂ ਅੱਗੇ ਕਹਾਣੀ ਸਾਖੀ ਕੀਤੀ ਹੈ ਵਿਚਾਰ। ਕਾਬਲ ਵਿੱਚ ਬੈਠਾ ਸਿੱਖ ਸੀ, ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਨਾਲ ਉਹਦੀ ਪ੍ਰੀਤੀ ਜੁੜ ਗਈ, ਧਿਆਨ ਜੋੜ ਲਿਆ। ਮਹਾਰਾਜ ਸੈਟ ਫਰੋਮ ਦ ਮਾਰਨਿੰਗ ਟਿਲ ਨਾਈਟ ਬਿਕੋਜ਼ ਹੀ ਵਾਸ ਹੋਲਡਿੰਗ ਮਹਾਰਾਜ ਫੀਟ। ਕਾਬੁਲ ਵਿੱਚ ਬੈਠਾ ਮਹਾਰਾਜ ਦੇ ਚਰਨ ਫੜੀ ਬੈਠਾ ਹੈ। ਹੋਲ ਡੇ ਮਹਾਰਾਜ ਜੀ ਵਾਸ ਸਿਟਿੰਗ ਜਸਟ ਲਾਈਕ ਦੈਟ। ਸੀ ਹਾਊ ਦੈਟ ਕੈਨ ਹੈਪਨ। ਦੇਖੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਡਰੋਲੀ ਜਾਂਦੇ ਨੇ, ਜਿੱਥੇ ਮਾਤਾ ਰਾਮੋ ਜੀ ਹੈ ਤੇ ਭਾਈ ਸਾਈਂ ਦਾਸ ਉਹਦਾ ਆਦਮੀ ਹੈ, ਉਹਦਾ ਪਤੀ ਹੈ। ਐਂਡ ਹੀ ਵਾਸ ਲਾਈਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਡੂ ਭਾਈ ਸਾਈਂ ਦਾਸ, ਬਿਕੋਜ਼ ਮਾਤਾ ਰਾਮੋ ਜੀ ਤੇ ਮਾਤਾ ਦਮੋਦਰੀ ਜੀ ਦੋਵੇਂ ਭੈਣਾਂ ਸੀਗੀਆਂ। ਸੋ ਮਹਾਰਾਜ ਡਰੋਲੀ ਜਾਂਦੇ ਨੇ। ਇੱਕ ਦਿਨ ਮਹਾਰਾਜ ਜੀ ਨਾ ਪਲੰਗ ਤੇ ਪਏ, ਮਹਾਰਾਜ ਪਏ ਤੇ ਕੀ ਹੁੰਦਾ ਹੈ ਨਾ, ਭਾਈ ਸਾਈਂ ਦਾਸ ਮਹਾਰਾਜ ਦੇ ਜਿਹੜਾ ਚਰਨ ਘੁੱਟ ਰਿਹਾ। ਸਡਨਲੀ ਵਾਟ ਹੀ ਸੀਜ਼, ਮਹਾਰਾਜ ਦੇ ਕੇਸਾਂ ਵਿੱਚੋਂ ਨਾ ਪਾਣੀ ਬਾਹਰ ਆਉਣ ਲੱਗ ਪਿਆ। ਸੋ ਸਾਰੇ ਹੈਰਾਨ ਦੇਖ ਕੇ, ਤੇ ਭਾਈ ਸਾਈਂ ਦਾਸ ਜੀ ਕੋਲੇ ਬੈਠੇ, ਕਹਿੰਦੇ ਸਾਰਿਆਂ ਨੂੰ ਚੁੱਪ ਰਹੋ, ਕੁਛ ਨਹੀਂ ਕਹਿਣਾ। ਪਾਣੀ ਆ ਰਿਹਾ ਮਹਾਰਾਜ ਦੇ ਕੇਸਾਂ ਤੋਂ। ਤੇ ਫਿਰ ਮਹਾਰਾਜ ਜੀ ਉੱਠੇ ਤੇ ਸੰਗਤਾਂ ਨੇ ਪੁੱਛਿਆ, ਮਹਾਰਾਜ ਕੀ ਗੱਲ ਹੈ? ਮਹਾਰਾਜ ਕਹਿੰਦੇ ਸਾਈਂ ਦਾਸ ਨੂੰ ਪੁੱਛ ਲਓ। ਸਾਈਂ ਦਾਸ ਕੋਲੇ ਬੈਠਾ ਕਹਿੰਦਾ, ਮਹਾਰਾਜ ਇੱਕ ਸਿੱਖ ਸੀਗਾ, ਉਹਦਾ ਜਹਾਜ਼ ਡੁੱਬਣ ਲੱਗਿਆ ਸੀ, ਗੁਰੂ ਹਰਗੋਬਿੰਦ ਸਾਹਿਬ ਉਹਦਾ ਜਹਾਜ਼ ਬਚਾ ਰਹੇ ਸੀਗੇ, ਤਾਂ ਹੀ ਉਹ ਕਹਿੰਦੇ ਸੀ ਵੀ ਨਾ ਛੇੜੋ, ਮਹਾਰਾਜ ਜੀ ਕੁਛ ਕਰ ਰਹੇ ਆ। ਹੁਣ ਦੇਖੋ ਸਿੱਖ ਭਾਵੇਂ ਕਿਤੇ ਵੀ ਹੋਵੇ, ਮਹਾਰਾਜ ਉੱਥੇ ਪਹੁੰਚ ਕੇ ਉਹਦੀ ਸਹਾਇਤਾ ਕਰਦਾ। See, do you want to have such a savior wherever you are, what time you are, wherever, ਕਿੱਥੇ ਵੀ ਤੁਸੀਂ ਕਿਹੜੇ ਸਿਚੁਏਸ਼ਨ 'ਚ ਵੀ ਹੈ, ਜਿਹੜਾ ਤੁਹਾਡੇ ਕੋਲ ਪਹੁੰਚ ਸਕੇ? ਤੁਸੀਂ ਉਹਨੂੰ ਨਹੀਂ ਲੈਣਾ। ਕਿਉਂ ਆਪਾਂ ਆਪਣੀ ਆਸ ਬੰਦਿਆਂ ਤੇ ਰੱਖੀ ਬੈਠੇ ਹਾਂ, ਜਿਹੜੇ ਕਿਤੇ ਦੋ ਡਿੰਗਾ ਨਹੀਂ ਆ ਸਕਦੇ? You know, if something happens to you, see you are on your bed, in your room, you are having a heart attack, ਤੁਹਾਡੇ ਨਾਲ ਦਾ ਰੂਮ ਕਿਸੇ ਦਾ ਵੀ ਹੋਵੇ, ਉਹਨੂੰ ਨਹੀਂ ਪਤਾ ਲੱਗਣਾ ਹੈ ਨਾ। And God can be there with you. ਗੁਰੂ ਮਹਾਰਾਜ ਤੁਹਾਡੇ ਨਾਲ ਉੱਥੇ ਵੀ ਆ ਸਕਦੇ। That's why I've seen some of the ਗੁਰਮੁਖ ਨਾ, ਜਿਹਨੂੰ ਉਹ ਆਪਣਾ ਸਰੀਰ ਛੱਡਦੇ ਆ ਨਾ, ਸੀ ਗੁਰਮੁਖਾਂ ਦਾ ਗੱਲ ਕੀ ਹੁੰਦੀ ਆ, ਉਹਨਾਂ ਨੇ ਐਕਸੈਪਟ ਕਰ ਲੈਂਦੇ ਨੇ, ਉਹਨਾਂ ਵਾਸਤੇ ਸਭ ਕੁਝ ਪਰਮਾਤਮਾ ਹੈ। ਸੀ ਜਿਹੜਾ ਆਪਣਾ ਡਾਕਟਰ ਹਰਚਰਨਜੀਤ ਹੋਏ ਨਾ ਬ੍ਰਹਮ ਵਿਦਿਆ ਨਿਕੇਤਨ ਦੇ ਨਾ, ਸੋ ਸੀ ਵੈਨ ਹੀ ਡਾਈਡ the day, ਬਿਕੋਜ਼ ਉਹ ਰਾਤ ਨੂੰ ਜਾ ਕੇ ਸੌਂ ਗਏ ਸੀ, ਹੀ ਹੈਡ ਅ ਹਾਰਟ ਅਟੈਕ, ਨੈਕਸਟ ਡੇ ਹੀ ਡਾਈਡ। ਉਹਨਾਂ ਦੀ ਸਿਰਫ ਬੋਡੀ ਮਿਲੀ ਸੀ। ਬਟ ਦੈਨ ਹੈਰਾਨਗੀ ਦੀ ਗੱਲ ਕੀ ਸੀਗੀ ਨਾ, ਹੀ ਡਿਡਨਟ ਸਟਰਗਲ। ਉਹ ਚਾਦਰ ਇੱਧਰ ਉੱਧਰ ਥੋੜੀ ਜਿਹੀ ਨਹੀਂ ਹੋਈ। ਵਾਈ? ਐਕਸੈਪਟ। ਸੀ ਦ ਥਿੰਗ ਇਜ਼, ਦਿਸ ਇਜ਼ ਦ ਵੈਲਿਊ ਆਫ ਲਾਈਫ, ਵੇਅਰ ਯੂ ਆਰ ਹੈਪੀ। ਜਾਣਾ ਹੈ, ਇਟਸ ਓਕੇ, ਸਟਰਗਲ ਕਰਨ ਦੀ ਲੋੜ ਨਹੀਂ। See, we only have fear in our life. ਆ ਹੋ ਗਿਆ, ਮੈਂ ਕੀ ਕਰਾਂ। So this is where we go wrong. So ਹੁਣ ਦੇਖੋ ਗੁਰੂ ਰਾਮਦਾਸ ਮਹਾਰਾਜ ਨੇ ਇੱਥੇ ਆਪਣਾ ਸ਼ਬਦ ਸਮਝਾਇਆ, ਜਨ ਕੇ ਸਾਸ ਹੈ ਜੇਤੇ। ਕਹਿੰਦੇ ਜਿੰਨੇ ਵੀ ਇੱਕ ਜਨ, ਇੱਕ ਸੇਵਕ ਦੇ ਸਵਾਸ ਨੇ, ਜਿੰਨੇ ਵੀ ਉਹਦੇ ਬ੍ਰਥ ਰੱਬ ਨੇ ਉਹਨੂੰ ਪ੍ਰਾਲਬੱਧ ਨਾਲ ਦਿੱਤੇ ਨੇ, ਹਰ ਬਿਰਹ ਪ੍ਰਭੂ ਹਰ ਵਿਦੇ, ਉਹ ਚਾਹੁੰਦੇ ਨੇ ਹਰ ਇੱਕ ਸਵਾਸ ਦੇ ਨਾਲ ਮੈਂ ਪਰਮਾਤਮਾ ਦਾ ਨਾਮ ਪਰੋ ਦੇਵਾਂ। ਜਿਵੇਂ ਇੱਕ ਧਾਗੇ ਵਿੱਚ ਆਪਾਂ ਮਣ ਕੇ ਪਰੋਦੇ ਆ ਨਾ, ਕਹਿੰਦੇ ਮੇਰੇ ਸਵਾਸ ਇੱਕ ਧਾਗਾ ਹੈ ਜਿਹਦੇ 'ਚ ਪਰਮਾਤਮਾ ਦਾ ਨਾਮ ਵਾਹਿਗੁਰੂ ਦੇ ਦਾਣੇ ਮੈਂ ਪਰੋਣੇ ਨੇ। ਸੋ ਕਹਿੰਦੇ ਜਿਉਂ ਜਲ ਕਮਲ ਪ੍ਰੀਤ ਅਤ ਭਾਰੀ। ਹੁਣ ਦੇਖੋ ਉਹ ਜਿਹੜਾ ਲੋਟਸ ਫਲਾਵਰ ਹੈ ਨਾ, ਉਹਦੀ ਪ੍ਰੀਤ ਇੰਨੀ ਪਾਣੀ ਦੇ ਨਾਲ ਹੈ, ਬਿਨ ਜਲ ਦੇਖੇ ਸੁੱਖ ਲੀਦੇ। ਕਹਿੰਦੇ ਕੀ ਉਹ ਸੁੱਕ ਜਾਂਦੇ, ਜੇ ਉਹਨੂੰ ਪਾਣੀ ਨਾ ਮਿਲੇ ਉਹਨੇ ਸੁੱਕ ਜਾਣਾ, ਬਿਕੋਜ਼ ਉਹਦੇ ਵਾਸਤੇ ਵਿਦਆਊਟ ਪਾਣੀ ਤੋਂ ਬਗੈਰ ਮੈਂ ਜਿਉਣਾ ਕਿਉਂ? ਮੱਛੀ ਨੂੰ ਪਾਣੀ ਤੋਂ ਕੱਢ ਉਹ ਮਰ ਜਾਂਦੀ ਹੈ, ਰਾਈਟ? ਸੋ ਇਹ ਜਿਹੜਾ ਬਿਰਹਾ ਹੈ ਨਾ, ਇਸੇ ਤਰ੍ਹਾਂ ਹੀ ਹੁੰਦਾ ਹੈ। ਹੁਣ ਦੇਖੋ ਇੱਕ ਸਾਖੀ ਹੋਰ ਆਉਂਦੀ ਆ ਸੰਤ ਆਤਰ ਸਿੰਘ ਜੀ ਦੀ। ਨਾ ਸੰਤ ਆਤਰ ਸਿੰਘ ਜੀ ਮਸਤੂਆਣੇ ਵਾਲੇ, ਓਕੇ, ਹੀ ਇਜ਼ ਅ ਵੈਰੀ ਗ੍ਰੇਟ ਸੇਂਟ ਹੈ, ਜਿਹਨੇ ਬਹੁਤ ਪ੍ਰਚਾਰ ਕੀਤਾ। ਤੇ ਇਹ ਜਿਹੜਾ ਹਨ ਬ੍ਰਿਟਿਸ਼ ਆਰਮੀ 'ਚ ਪਹਿਲਾਂ ਹੁੰਦੇ ਸੀ, ਉੱਥੋਂ ਛੱਡ ਕੇ ਆ ਗਏ। ਸੋ ਸਾਖੀ ਬਹੁਤ ਲੰਮੀ, ਆਪਾਂ ਫਿਰ ਕਿਤੇ ਕਰਾਂ। ਆਪਾਂ ਇੱਕ ਇੰਸੀਡੈਂਟ ਇਹਨਾਂ ਦਾ ਆਪਾਂ ਵਿਚਾਰਨਾ ਹੈ ਕਿ ਜਦੋਂ ਇਹ ਵਾਪਸ ਆਰਮੀ ਨੂੰ ਛੱਡ ਕੇ ਘਰ ਆਏ ਨਾ, ਹੀ ਫੀਲ ਸੋ ਸਪਰੇਟਡ ਫਰਮ ਗੁਰੂ ਮਹਾਰਾਜ। ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਨਾਲ ਬਹੁਤ ਪ੍ਰੇਮ ਸੀਗਾ। ਕੀ ਹੋਇਆ, ਇਹ ਹੀ ਵਾਕ barefooted for over 1,000 miles to reach Nader. He walked all the way. It took him many months.
तो तुर के गए ਉਹ ਵੀ ਨੰਗੇ ਚਰਣੀ ਚੱਲ ਕੇ ਗਏ ਹਜੂਰ ਸਾਹਿਬ ਪਹੁੰਚੇ। ਹਜੂਰ ਸਾਹਿਬ ਉੱਥੇ ਜਾ ਕੇ ਤਖਤ ਤੇ ਉਹਨਾਂ ਨੇ ਮੱਥਾ ਟੇਕਿਆ। ਮੱਥਾ ਟੇਕ ਕੇ ਤੇ ਇਹ ਚੱਲ ਗਏ ਗੋਦਾਵਰੀ, ਗੋਦਾਵਰੀ ਇਜ਼ ਦ ਰਿਵਰ ਰਾਈਟ। ਸੋ ਗੋਦਾਵਰੀ ਦੇ ਕੰਢੇ ਤੇ ਗਏ ਤੇ ਕਿੰਨੀ ਦੂਰ ਜਾ ਕੇ ਨਾ ਇਹਨਾਂ ਨੇ ਜਾ ਕੇ ਉੱਥੇ ਤਪ ਕਰਨ ਲੱਗ ਪਏ। ਸੋ ਤਪ ਕੀ ਹੁੰਦਾ ਹੈ? ਬਹਿ ਕੇ ਪਾਠ ਕਰਨਾ, ਜਦੋਂ ਨੀਂਦ ਆ ਗਈ ਪਾਣੀ ਵਿੱਚ ਖੜ ਜਾਣਾ ਜਾ ਕੇ। ਸੋ ਇਹਨਾਂ ਨੇ ਇਸ ਤਰ੍ਹਾਂ ਕਰਦਿਆਂ ਹੋਇਆਂ ਕਹਿੰਦੇ ਜਿਹੜਾ ਹਨ ਕਿ ਤਕਰੀਬਨ ਕਹਿੰਦੇ 2 ਸਾਲ ਇਹਨਾਂ ਦੇ ਹੋ ਗਏ ਸੀਗੇ ਉੱਥੇ ਤਪ ਕਰਦਿਆਂ ਹੋਇਆਂ। ਸੋ ਇੱਕ ਦਿਨ ਕੀ ਹੋਇਆ, ਜਦੋਂ ਇਹ ਗਏ ਨਾ ਉੱਥੇ, ਪਹਿਲਾਂ ਜਦੋਂ ਗਏ ਕਹਿੰਦੇ ਇਹਨਾਂ ਨੇ ਕਈ ਦਿਨ ਖਾਣਾ ਨਹੀਂ ਖਾਧਾ। he didn't eat anything because he didn't tell anybody, nobody knows that he's there। ਸੋ ਕੀ ਹੋਇਆ, ਉੱਥੇ ਖੜ ਕੇ ਇਹ ਤਪ ਕਰੀ ਗਏ ਗੋਦਾਵਰੀ ਵਿੱਚ। ਕੀ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਜਿਹੜਾ ਤਖਤ ਸਾਹਿਬ ਦੇ ਸੇਵਾਦਾਰ ਸੀਗੇ ਨਾ ਭਾਈ ਨਾਨੂ ਜੀ, ਸੋ ਉਹ ਭਾਈ ਨਾਨੂ ਜੀ ਦੇ ਜਿਹੜਾ ਹਨ ਮਹਾਰਾਜ ਗੁਰੂ ਗੋਬਿੰਦ ਸਿੰਘ ਉਹਦੇ ਕੋਲ ਗਏ। ਨਾਨੂ ਜੀ ਨੂੰ ਠਾ ਕੇ ਕਹਿੰਦੇ ਮੇਰਾ ਸਿੱਖ ਤਪ ਕਰ ਰਿਹਾ ਹੈ, ਉਹਦੇ ਵਾਸਤੇ ਜਾ ਕੇ ਰੋਟੀ ਪਾਣੀ ਦਾ ਲੰਗਰ ਦਾ ਪ੍ਰਬੰਧ ਕਰ। ਗੁਰੂ ਗੋਬਿੰਦ ਸਿੰਘ ਭਾਈ ਨਾਨੂ ਨੂੰ ਜਾ ਕੇ ਕਹਿੰਦੇ ਆ ਮੇਰੇ ਸੇਵਕ ਨੂੰ ਜਾ ਕੇ ਰੋਟੀ ਖਿਲਾ। ਓਕੇ, ਸੋ ਇਹ ਭਾਈ ਨਾਨੂ ਜੀ ਦੂਸਰੇ ਦਿਨ ਉੱਠਦਾ ਹੈ, ਉੱਠ ਕੇ ਇਹ ਤੁਰ ਕੇ ਜਾਂਦਾ ਹੈ। ਹੀ ਵਾਕ ਫॉर 2 ਮਾਈਲਸ, ਮੁੜ ਆਇਆ, ਕਹਿੰਦਾ ਹੈ ਨਹੀਂ, ਸੌਂ ਗਿਆ। ਰਾਤ ਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਆਏ, ਕਹਿੰਦੇ ਤੁਸੀਂ ਪ੍ਰਸ਼ਾਦਾ ਨਹੀਂ ਛਕਾਇਆ ਮੇਰੇ ਸਿੱਖ ਨੂੰ। ਕਹਿੰਦੇ ਮਹਾਰਾਜ ਮੈਂ ਗਿਆ ਸੀ, ਮੈਨੂੰ ਲੱਭਿਆ ਨਹੀਂ। ਕਹਿੰਦੇ ਉਹ 3 ਕਿਲੋਮੀਟਰ ਦੂਰ ਹੈ, ਜਦ 3 ਮਾਈਲਸ ਹੋਰ 1 ਮਾਈਲ ਹੋਰ ਜਾਣਾ ਸੀਗਾ। ਦੂਸਰੇ ਦਿਨ ਲੰਗਰ ਪਕਾ ਕੇ ਫਿਰ 3 ਮਾਈਲਸ ਇਹ ਤੁਰ ਕੇ ਗਿਆ। ਹੀ ਸੌ ਸੰਤ ਆਤਰ ਸਿੰਘ ਜੀ ਨਾ ਇੱਕ ਪੱਥਰ ਹੈ ਉਹਦੇ ਪਿੱਛੇ ਖੜ ਕੇ ਤਪ ਕਰ ਰਹੇ ਸੀਗੇ, ਅੱਖਾਂ ਬੰਦ ਸੀਗੀ। ਤੇ ਇਹਨੇ ਜਾ ਕੇ ਉਹਨਾਂ ਨੂੰ ਹਿਲਾਇਆ ਤੇ ਹਿਲਾ ਕੇ ਕਹਿੰਦੇ ਆ ਕੇ ਲੰਗਰ ਛਕ ਲਓ। ਕਹਿੰਦੇ ਅਸੀਂ ਨਹੀਂ ਛਕਣਾ, ਸਾਨੂੰ ਲੋੜ ਨਹੀਂ ਲੰਗਰ ਛਕਣ। ਕਹਿੰਦੇ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਸਾਨੂੰ ਦਰਸ਼ਨ ਨਹੀਂ ਦਿੰਦੇ ਅਸੀਂ ਨਹੀਂ ਖਾਣਾ, ਮੇਰਾ ਇਹ ਪ੍ਰਣ ਹੈ। ਤੇ ਭਾਈ ਨਾਨੂ ਜੀ ਕਹਿਣ ਲੱਗੇ, ਕਹਿੰਦੇ ਜੇ ਤੁਸੀਂ ਨਾ ਖਾਧਾ, ਅੱਜ ਤਾਂ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਭੇਜਿਆ ਤੁਹਾਨੂੰ ਲੰਗਰ ਦੇ ਕੇ, ਤਾਂ ਮਹਾਰਾਜ ਨੇ ਫੇਰ ਮੈਨੂੰ ਆ ਕੇ ਪੁੱਛਣਾ ਵੀ ਤੂੰ ਲੰਗਰ ਦਿੱਤਾ ਕਿ ਨਹੀਂ। ਕਹਿੰਦੇ ਹੁਕਮ ਗੁਰੂ ਮਹਾਰਾਜ ਦਾ ਹੀ ਆ, ਛਕ ਲਓ ਤੁਸੀਂ। ਮਨਾ ਕੇ ਜੀ ਲੰਗਰ ਛਕਾ ਦਿੱਤਾ। ਹੁਣ ਛਕਾ ਕੇ ਲੰਗਰ ਤੇ ਇਸੇ ਤਰ੍ਹਾਂ ਹੀ ਭਾਈ ਨਾਨੂ ਜੀ ਨਾ ਉਹਨਾਂ ਵਾਸਤੇ ਲੰਗਰ ਲੈ ਕੇ ਜਾਂਦੇ ਰਹੇ। 2 ਸਾਲ ਹੋ ਗਏ। ਹੁਣ ਸੰਤ ਆਤਰ ਸਿੰਘ ਜੀ ਨੇ ਇੱਕ ਦਿਨ ਬਹਿ ਕੇ ਸੋਚਿਆ, ਕਹਿੰਦਾ ਵੀ ਇੰਨਾ ਚਿਰ ਹੋ ਗਿਆ, ਮੈਂ ਕਿੰਨਾ ਮਾੜਾ ਹੋਵਾਂਗਾ, ਮੇਰੇ ਕਿੰਨੇ ਪਾਪ ਹੋਣਗੇ ਜਿਹਦੇ ਕਰਕੇ ਅੱਜ ਤੱਕ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਦਰਸ਼ਨ ਨਹੀਂ ਦਿੱਤੇ। ਮੈਂ ਅੱਜ ਤੱਕ ਗੁਰੂ ਗੋਬਿੰਦ ਸਿੰਘ ਨੂੰ ਦੇਖਿਆ ਨਹੀਂ, ਕਿਉਂ ਹੈ? ਇਹ ਗਲਤੀ ਮੇਰੀ ਹੋਵੇਗੀ ਨਾ, ਗੁਰੂ ਤਾਂ ਪੂਰਾ ਹੈ, ਅਧੂਰਾ ਤਾਂ ਮੈਂ ਹੀ ਆ ਨਾ। ਸੋ ਇਹਨਾਂ ਨੇ ਨਾ ਇੰਨੇ ਇਹ ਜਿਹੜੇ ਹਨ ਬਿਰਹਾ ਇਹਨਾਂ ਨੂੰ ਹੋਇਆ। ਇਹਨਾਂ ਨੇ ਸੋਚਿਆ ਇਹ ਜੂੰ ਕੇ ਕਰਨਾ ਕੀ ਹੈ, ਇਹ ਅੱਖਾਂ ਰੱਖ ਕੇ ਕਰਨੀਆਂ ਕੀ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਦੇਖਿਆ। ਇਹ ਕੰਨ ਕੀ ਕਰਨੇ ਨੇ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਬਚਨ ਨਹੀਂ ਸੁਣੇ। ਕਹਿੰਦਾ ਉਹਨਾਂ ਨੇ ਸਲਾਹ ਕੀਤੀ ਗੋਦਾਵਰੀ ਦੇ ਵਿੱਚ ਛਾਲ ਮਾਰ ਕੇ ਤੂੰ ਕੌਮਿਟ ਸੁਸਾਈਡ, ਕਹਿੰਦੇ ਮਾਰੇ ਲਈਏ, ਮਰੇ ਜਾਈਏ। ਕਹਿੰਦੇ ਜੂ ਕੇ ਕਰਨਾ ਵੀ ਕੀ ਹੈ। ਕੀ ਹੋਇਆ, ਪੱਥਰ ਤੇ ਚੜੇ, ਚੱਕ ਕੇ ਛਾਲ ਮਾਰੀ। So he didn't try to swim or whatever, he just drowned। ਕੀ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆਏ, ਇੱਕ ਪਾਵਰ ਆਏ। ਪਰ ਇਹ ਦੇਖਿਆ ਨਹੀਂ ਇਹਨਾਂ ਨੇ, ਇਹਦਾ ਹੱਥ ਫੜ ਕੇ ਇਹਨਾਂ ਨੂੰ ਚੱਕ ਕੇ ਕੰਢੇ ਤੇ ਲਿਆ ਕੇ ਬਿਠਾਤਾ। ਤੇ ਫਿਰ ਜਦੋਂ ਇਹਨਾਂ ਨੂੰ ਜਾਗ ਆਈ ਨਾ, ਅੱਖਾਂ ਖੋਲੀਆਂ, ਇਹਨਾਂ ਨੂੰ ਆਵਾਜ਼ ਆਈ, ਗੁਰੂ ਗੋਬਿੰਦ ਸਿੰਘ ਦੀ ਆਵਾਜ਼ ਸੀਗੀ ਉਹ। ਮਹਾਰਾਜ ਕਹਿੰਦੇ ਹੇ ਗੁਰਸਿੱਖਾ, ਤੂੰ ਇਸ ਤਰ੍ਹਾਂ ਕਿਉਂ ਕਰਦਾ ਹੈ? ਤੂੰ ਤਾਂ ਬਹੁਤ ਪ੍ਰਚਾਰ ਕਰਨਾ ਜਾ ਕੇ, ਤੂੰ ਤਾਂ ਬਹੁਤ ਲੋਕਾਂ ਨੂੰ ਨਰਕਾਂ ਤੋਂ ਕੱਢਣਾ ਹੈ, ਤੂੰ ਬਹੁਤ ਲੋਕਾਂ ਨੂੰ ਤਾਰਨਾ ਹੈ, ਤੂੰ ਬੜੀ ਸੇਵਾ ਤੂੰ ਕਰਨੀ ਹੈ। ਤੇ ਫਿਰ ਇਹਨਾਂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਫਿਰ ਮੈਨੂੰ ਦਰਸ਼ਨ ਦੇ ਦਿਓ। ਮਹਾਰਾਜ ਮੈਨੂੰ ਅੱਖਾਂ ਨਾਲ ਮੈਂ ਤੁਹਾਨੂੰ ਦੇਖਣਾ ਚਾਹੁੰਦਾ, ਐਂਡ ਆਈ ਵਾਂਟ ਟੂ ਸੀ ਯੂ ਇਨ ਯੋਰ ਦਰਬਾਰ। ਮੈਂ ਹੋਰ ਸਿੱਖਾਂ ਦੇ ਵੀ ਦਰਸ਼ਨ ਕਰਨੇ ਨੇ, 5 ਪਿਆਰਿਆਂ ਦੇ, 4 ਸਾਹਿਬਜ਼ਾਦਿਆਂ ਦੇ, ਆਬਵੀਅਸਲੀ ਐਵਰੀਬਾਡੀ। ਕੀ ਹੋਇਆ, ਮਹਾਰਾਜ ਕਹਿੰਦੇ ਅੱਜ ਮਿਡਨਾਈਟ, ਅੱਜ ਦੀ ਰਾਤ ਜਿਹੜੀ ਮਿਡਨਾਈਟ ਹੋਵੇਗਾ, ਤੂੰ ਨਗੀਨਾ ਘਾਟ ਦੇ, ਗੁਰਦੁਆਰਾ ਨਗੀਨਾ ਘਾਟ, ਕਹਿੰਦੇ ਨਗੀਨਾ ਘਾਟ ਦੇ ਗੁਰਦੁਆਰੇ ਤੇ ਆ ਜੀ, ਤੁਹਾਨੂੰ ਦਰਸ਼ਨ ਹੋਣਗੇ। ਇਹ ਜਿਹੜੇ ਸੰਤ ਆਤਰ ਸਿੰਘ ਜੀ ਪਹੁੰਚ ਗਏ ਉੱਥੇ ਮਿਡਨਾਈਟ। ਟੂ ਦ ਸਰਪ੍ਰਾਈਜ਼ ਆ, ਇਹ ਕਹਿੰਦੇ ਗੁਰੂ ਮਹਾਰਾਜ ਤਖਤ ਤੇ ਬੈਠੇ, ਗੁਰੂ ਗੋਬਿੰਦ ਸਿੰਘ ਕੁਡ ਸੀ ਵਿਦ ਓਨ ਆਈਜ਼, ਉਹੀ ਗੁਰਦੁਆਰੇ ਦੇ ਵਿੱਚ ਮਹਾਰਾਜ ਸਾਹਮਣੇ ਬੈਠੇ, ਆਲੇ ਦੁਆਲੇ ਸਿੱਖ ਬੈਠੇ, 5 ਪਿਆਰੇ ਖੜੇ, 4 ਸਾਹਿਬਜ਼ਾਦੇ ਵੀ ਖੜੇ। ਸਾਰਾ ਦ੍ਰਿਸ਼ਟ ਇਹਨਾਂ ਨੇ ਦੇਖਿਆ। ਜਾ ਕੇ ਮਹਾਰਾਜ ਨੂੰ ਮੱਥਾ ਟੇਕਿਆ ਤੇ ਮੱਥਾ ਟੇਕਣ ਦੀ ਦੇਰ ਸੀ ਹੀ ਓਪਨ ਅਪ ਹਿਸ ਆਈਜ਼, ਬਸ ਸਾਰਾ ਡੱਕ ਸੀਗਾ। ਮਹਾਰਾਜ ਨੇ ਦਰਸ਼ਨ ਦਿੱਤੇ। ਉਹ ਹੈ ਬਿਰਹਾ। See, the birha means there's no life. If you don't achieve, there's nothing for you. See, when a person commits suicide, when he sees no other way. But ਇੱਥੇ ਨਾ ਬਿਰਹਾ ਹੈ। That's the difference between a person who is depressed. Depressed ਕੀ ਆ, ਉਹ ਇੱਕ illusion ਦੇ ਵਿੱਚ ਆ, ਉਹ ਬੰਦਾ ਉਹ commit suicide ਕਰ ਰਿਹਾ ਹੈ। ਉਹ ਜਿਹੜੀ illusion ਆ ਨਾ, that's bad because he doesn't know the truth and he doesn't know what he wants.
So and then he got no solution. That means he see end of the road and the end of the wall आ जाए, उस बंदा कहता बस हो गया काम मेरा. That is different. पर इन्हां नूं जिन्हां नूं बिरहा हुंदा है, ਇਹ ਕਹਿੰਦੇ ਇਹ ਬੋਡੀ ਦੀ ਲੋੜ ਕੀ ਹੈ ਜੇ ਮੈਨੂੰ ਹਜੇ ਤੱਕ ਮੇਰੇ ਗੁਰੂ ਦੇ ਦਰਸ਼ਨ ਹੀ ਨਹੀਂ ਹੋਏ. ਸੀ ਇਜ਼ ਡਿਫਰੈਂਟ. ਇਹ ਦੋ ਚੀਜ਼ਾਂ ਟੋਟਲੀ ਡਿਫਰੈਂਟ ਹੈ. ਸੋ ਕੀ ਹੁੰਦਾ ਹੈ, ਇਹਨਾਂ ਨੇ ਫਿਰ ਬਹੁਤ ਪ੍ਰਚਾਰ ਕੀਤਾ. ਐਂਡ ਵਨਸ ਆਫਟਰ ਦੈਟ ਸੰਤ ਅਤਰ ਸਿੰਘ whenever he does ਅਰਦਾਸ he could see 10 gurus standing in front of him. ਇੱਕ ਦਿਨ ਇੱਕ ਸਿੱਖ ਸੀਗਾ, ਉਹ ਬਹੁਤ ਬਿਮਾਰ ਹੋ ਗਿਆ. ਉਹ ਜਿਹੜਾ ਹੈ ਅਖੀਰਲੇ ਸਵਾਸਾਂ ਤੱਕ ਆ ਗਿਆ ਤੇ ਸੰਗਤਾਂ ਕਹਿੰਦੀਆਂ ਸੰਤਾਂ ਨੂੰ ਕਹਿੰਦੇ ਤੁਸੀਂ ਅਰਦਾਸ ਕਰ ਵੀ ਬਚ ਜਾਣ, ਆਪਾਂ ਤੰਦਰੁਸਤੀ ਦੀ ਅਰਦਾਸ ਕਰ. ਸੰਤਾਂ ਨੇ ਹੱਥ ਜੋੜ ਕੇ ਮਹਾਰਾਜ ਦੇ ਸਾਹਮਣੇ ਖੜ ਗਏ. ਜਦੋਂ ਅਰਦਾਸ ਸ਼ੁਰੂ ਕਰਨ ਲੱਗੇ ਨਾ, ਫਿਰ ਹਟ ਜਾਂਦੇ ਨੇ, ਫਿਰ ਚੁੱਪ ਕਰ ਜਾਂਦੇ. ਸੰਗਤਾਂ ਨੇ ਪੁੱਛਿਆ ਕਿਉਂ? ਕਹਿੰਦੇ ਦੇਖੋ ਗੁਰੂ ਮਹਾਰਾਜ ਮੇਰੇ ਸਾਹਮਣੇ ਖੜੇ ਆ. ਮਹਾਰਾਜ ਕਹਿੰਦੇ ਮੈਨੂੰ ਦੱਸ ਰਹੇ ਆ ਤੂੰ ਅਰਦਾਸ ਨਾ ਕਰੀ, ਇਹ ਸਿੱਖ ਨੂੰ ਅਸੀਂ ਲੈ ਕੇ ਜਾਣਾ, ਇਹਨੂੰ ਹੋਰ ਕੋਈ ਕੰਮ ਦੇਣਾ, ਤੂੰ ਇਹਦੇ ਵਾਸਤੇ ਅਰਦਾਸ ਨਾ ਕਰ. ਜੇ ਅਰਦਾਸ ਕਰਤੀ ਫਿਰ ਸੰਗਤ ਦੀ ਅਰਦਾਸ ਤਾਂ ਪੂਰੀ ਹੋ ਗਈ ਨਾ. ਕਹਿੰਦੇ ਨਾ ਕਰ. ਫਿਰ ਉਹਨਾਂ ਨੇ ਅਰਦਾਸ ਨਹੀਂ ਕੀਤੀ. For him he was so close to the Guru. ਤੇ ਉਹਨਾਂ ਦਾ ਜਿਹੜਾ ਹਨ ਇੰਨੀ ਤਾਂਗ, ਉਹਨਾਂ ਦੇ ਵਿੱਚ ਇੰਨਾ ਪਿਆਰ ਸੀਗਾ. ਐਂਡ ਦੈਟ ਕੈਨ ਹੈਪਨ ਟੂ ਆਲ ਆਫ ਅਸ. ਇੱਕ ਪਿਆਰ ਦੀ ਲੋੜ ਹੈ. ਤੁਸੀਂ ਪਿਆਰ ਨਾਲ ਗੁਰੂ ਮਹਾਰਾਜ ਨੂੰ ਯਾਦ ਕਰਕੇ ਤਾਂ ਦੇਖੋ, ਮਹਾਰਾਜ ਉੱਥੇ ਹੀ ਆ ਜਾਂਦੇ. ਕੋਈ ਦੇਰ ਨਹੀਂ, ਕੋਈ ਡਿਲੇ ਨਹੀਂ. ਉਦੋਂ ਹੀ ਮਹਾਰਾਜ ਜੀ ਆ ਕੇ ਆਪਣਾ ਜਿਹੜਾ ਹਨ ਸਿੱਖਾਂ ਦੀ ਨਿਰਵਾਹ ਕਰਦੇ, ਉਸੇ ਵੇਲੇ ਆਉਂਦੇ. ਇਟਸ ਵੈਰੀ ਫਾਸਟ ਇਨਫ. ਸੋ ਫਿਰ ਚਲੋ ਅਖੀਰਲਾ ਇਹ ਜਿਹੜਾ ਹਨ ਭਾਈ ਗੁਰਦਾਸ ਜੀ ਦਾ ਕਵਿਤ, ਦਰਸ ਧਿਆਨ ਬਿਰਹਾ ਵਿਆਪੈ ਦਿਰਗਣ ਹੋਏ. ਕਹਿੰਦੇ ਮੇਰੇ ਅੱਖਾਂ ਨੂੰ ਬਿਰਹਾ ਲੱਗਿਆ ਹੋਇਆ, ਮੇਰੇ ਗੁਰੂ ਦੇ ਮੈਨੂੰ ਕਿਦੋਂ ਦਰਸ਼ਨ ਹੋਣਗੇ, ਮੈਂ ਕਿਦੋਂ ਦੇਖਾਂ, ਮੈਂ ਕਿਵੇਂ ਦੱਸਾਂ ਮੇਰੇ ਦੁੱਖ ਨੂੰ. ਮੇਰੀਆਂ ਅੱਖਾਂ ਗੁਰੂ ਨੂੰ ਤਰਸਦੀਆਂ ਨੇ. ਇਹ ਕਹਿੰਦੇ ਸਰਵਣ ਬਿਰਹੋ ਵਿਆਪੈ ਮਧੁਰ ਬਚਨ ਕਹਿ. ਕਹਿਣਗੇ ਮੇਰੇ ਕੰਨ ਉਡੀਕ ਰਹੇ ਨੇ ਕਿਦੋਂ ਮੇਰੇ ਗੁਰੂ ਦੀ ਆਵਾਜ਼ ਮਿੱਠੀ ਮੇਰੇ ਕੰਨਾਂ ਵਿੱਚ ਪਏਗੀ. ਤੇ ਕਹਿੰਦੇ ਸੰਗਮ ਸਮਾਗਮ ਬਿਰਹੋ ਵਿਆਪੇ ਛੇਪਾ ਕੋ. ਕਹਿੰਦੇ ਮੇਰੀ ਜੀਵ ਵੀ ਤਰਸਦੀ ਹੈ ਕਿ ਕਿਦੋਂ ਇਹਦਾ ਮੇਲ ਗੁਰੂ ਸ਼ਬਦ ਨਾਲ ਹੋਣਾ ਹੈ, ਕਿਦੋਂ ਇਹ ਜੀਵ ਨਾਲ ਮੈਂ ਗੁਰੂ ਦੇ ਸ਼ਬਦ ਨੂੰ ਪੜਾਂਗਾ, ਕਿਦੋਂ ਮੈਂ ਵਾਹਿਗੁਰੂ ਦਾ ਨਾਮ ਜਪਾਂਗਾ. ਕਹਿੰਦੇ ਪਾਰਸ ਪਰਸ ਅਕੰਮਲ ਕੀ ਰਚਨ ਕਹਿ. ਕਹਿੰਦੇ ਮੇਰਾ ਛਾਤੀ ਜਿਹੜੀ ਆ ਨਾ ਉਹ ਵੀ ਤੜਫ ਰਹੀ ਹੈ, ਕਿਦੋਂ ਮੈਨੂੰ ਗੁਰੂ ਮੇਰੇ ਆਪਣੇ ਗਲ ਨਾਲ ਲਾਉਣਗੇ. ਜਿਵੇਂ ਪਾਰਸ ਨੂੰ ਛੋਹ ਕੇ ਲੋਹਾ ਸੋਨਾ ਬਣ ਜਾਂਦਾ ਹੈ ਨਾ, ਕਿਦੋਂ ਮੈਨੂੰ ਜੱਫੀ ਪਾ ਕੇ ਆਪਣੇ ਵਰਗਾ ਬਣਾ ਲੈਣਗੇ. ਫਿਰ ਦੇਖੋ ਸਹਿਜਾ ਗਵਨ ਬਿਰਹਿ ਵਿਆਪੈ ਚਰਨ ਹੋਏ. ਕਹਿੰਦੇ ਜਦੋਂ ਕਹਿੰਦਾ ਮੈਂ ਸੌਣ ਨੂੰ ਜਾਂਦਾ ਹੈ ਨਾ, ਮੈਂ ਇਹੀ ਸੋਚਦਾ ਹਾਂ ਕਿ ਪਾਤਸ਼ਾਹ ਕਿਦੋਂ ਤੁਸੀਂ ਮੈਨੂੰ ਮੌਕਾ ਦਿਓਗੇ, ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਣਾ ਹੈ, ਮੈਂ ਮੱਥਾ ਟੇਕ ਕੇ ਮੈਂ ਸੌਣਾ ਹੈ. ਕਿਉਂ? ਕਹਿੰਦੇ ਪ੍ਰੇਮ ਰਸ ਬਿਰਹਿ ਸਰਬੰਗ ਹੋਏ ਸੱਚਨ ਕੋ. ਕਹਿਣਗੇ ਇਹ ਸੱਚਨ ਕਹਿ ਕਿਉਂਕਿ ਸਾਰੀਆਂ ਮੇਰਾ ਕੜਾਲਾਂ ਪੈਂਦੀਆਂ ਨੇ, ਕੜਲ ਪੈ ਰਹੀ ਹੈ ਮੈਨੂੰ, ਮੈਂ ਕਰੈਂਪਟ ਹੋਇਆ ਮੇਰਾ ਸਾਰਾ ਸਰੀਰ. ਕਿਉਂ? ਤੁਹਾਡੇ ਬਿਰਹਾ ਕਰਕੇ, ਥੋਟੋ ਵਿਛੋੜੇ ਹੋ ਕਰਕੇ. ਆਈ ਕੈਨਟ ਸਟੈਂਡ ਇਟ ਐਨੀਮੋਰ. ਤੇ ਦੇਖੋ ਫਿਰ ਰੋਮ ਰੋਮ ਬਿਰਹਿ ਬਿਰਥਾ. ਕਹਿਣਗੇ ਕਹਿ ਬਹਿਬਲ ਭਈ. ਕਹਿਣਗੇ ਮੇਰਾ ਸਾਰਾ ਸਰੀਰ ਜਿਹੜਾ ਹੈ, ਮੇਰਾ ਇੱਕ ਇੱਕ ਰੋਮ ਤੜਫ ਰਿਹਾ ਹੈ ਤੁਹਾਡੇ ਦਰਸ਼ਨਾਂ ਵਾਸਤੇ. ਕਹਿੰਦੇ ਬੇਬਲ ਭਈ ਸੱਸਾ ਜਿਉਂ ਬਹੀਰ ਪੀਰ ਪਰਬਲ ਤਚਣ ਕਹਿ. ਕਹਿਣਗੇ ਜਿਵੇਂ ਇੱਕ ਰੈਬਿਟ ਨੂੰ ਨਾ ਕਈ ਹੰਟਸ ਘੇਰ ਲੈਣ, ਸਾਰੇ ਮਾਰਨਾ ਚਾਹਣ, ਉਹ ਰੈਬਿਟ ਤੜਫਦਾ ਹੈ. ਜਿਵੇਂ ਉਹ ਰੈਬਿਟ ਨੂੰ ਡਰ ਹੁੰਦਾ ਹੈ ਨਾ, ਉਹ ਤੜਫਦਾ ਹੈ. ਕਹਿੰਦਾ ਇਸ ਤਰ੍ਹਾਂ ਮੈਂ ਵੀ ਅੱਜ ਤੜਫ ਰਿਹਾ ਹਾਂ. ਮਹਾਰਾਜ ਕਿਦੋਂ ਮੈਨੂੰ ਦਰਸ਼ਨ ਦਿਓਗੇ, ਕਿਦੋਂ ਮੇਰੇ ਕੋਲ ਆਉਂਗੇ. ਸੋ ਉੱਥੇ ਜਿਹੜਾ ਹਨ ਬਿਰਹਾ ਦੀ ਅਵਸਥਾ ਜਿਹੜੀ ਹੈ ਇਸ ਤਰ੍ਹਾਂ ਦੀ ਹੈ, ਕਿਉਂਕਿ ਬਿਰਹਾ ਦੀ ਅਵਸਥਾ ਵਿੱਚ ਕੁਝ ਵੀ ਉੱਥੇ ਨਹੀਂ ਹੁਣ. ਦੇਖੋ ਜਿਵੇਂ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਹੋਏ ਹੁੰਦੇ, ਉਹ ਜਿਹੜਾ ਸੀ ਨਾ ਇੱਕ ਦਿਨ ਕੀ ਹੁੰਦਾ ਸੀ, ਉਹਨਾਂ ਦੀ ਰੋਲ ਕਾਲ ਹੋਇਆ ਕਰਦੀ ਸੀਗੀ. ਰੋਲ ਕਾਲ ਮੀਨਸ ਜਿਹੜੇ ਹੁੰਦੇ ਨਾ, ਉਹ ਜਿਹੜੇ ਪੁਲਿਸ ਜਾਂ ਆਰਮੀ ਵਿੱਚ ਹੁੰਦਾ ਹੈ, ਦੇ ਵਿਲ ਜਸਟ ਰਿੰਗ ਦ ਬੈਲ, ਐਵਰੀਬੋਡੀ ਹੈਵ ਟੂ ਬੀ ਦੇਅਰ ਇਨ ਸੈਕਿੰਡਸ. ਸਾਰੇ ਖੜੋ. ਤੇ ਜਦੋਂ ਖੜਨਾ ਵੀ ਆ, ਦੇ ਹੈਵ ਟੂ ਸੀ ਆਲ ਦੇਅਰ ਯੂਨੀਫਾਰਮਸ ਆ ਓਕੇ, ਦ ਸ਼ੂਜ਼ ਆ ਸ਼ਾਈਨਿੰਗ, ਔਰ ਸਾਰਾ. ਉਹ ਰੋਲ ਕਾਲ ਜਿਹੜੀ ਸੀਗੀ ਉਹਨਾਂ ਦੀ ਹੁੰਦੀ ਸੀ. ਬਾਬਾ ਕਰਮ ਸਿੰਘ ਹੋਤੀ ਮਰਦਾਨ ਨਾ, ਉਹ ਬ੍ਰਿਟਿਸ਼ ਆਰਮੀ 'ਚ ਹੁੰਦੇ ਸੀਗੇ. ਉਹ ਕਿਤੇ ਬਹਿ ਗਏ ਆਪਣੇ ਸਿਮਰਨ ਦੇ ਵਿੱਚ, ਉਹਨਾਂ ਦੀ ਬਿਰਤੀ ਜੁੜ ਗਈ. ਉਹ ਜੁੜੀ ਬਿਰਤੀ 'ਚ ਉਹਨੂੰ ਪਤਾ ਹੀ ਨਹੀਂ ਲੱਗਿਆ ਟਾਈਮ ਦਾ. ਤੇ ਕੀ ਹੁੰਦਾ ਹੈ ਨਾ, ਉਹ ਟਾਈਮ ਆ ਗਿਆ, ਰੋਲ ਕਾਲ ਉਹਨਾਂ ਨੇ ਸੱਦ ਲਿਆ, ਸਾਰਿਆਂ ਨੂੰ ਖੜਾ ਲਿਆ ਜੀ ਲਾਈਨ ਦੇ ਵਿੱਚ. ਉੱਥੇ ਕੀ ਹੋਇਆ, ਉਹ ਜਿਹੜਾ ਬ੍ਰਿਟਿਸ਼ ਆਫੀਸਰ ਸੀਗਾ ਨਾ, ਇੱਕ ਇੱਕ ਨੂੰ ਦੇਖ ਕੇ ਚੈੱਕ ਕਰਦਾ, ਉਹਦੇ ਜੁੱਤੀਆਂ ਠੀਕ ਆ, ਉਹਦੀ ਯੂਨੀਫਾਰਮ ਠੀਕ ਆ, ਉਹਦੀ ਗਨ ਠੀਕ ਆ, ਸਭ ਚੈੱਕ ਕਰਦਾ ਕਰਦਾ ਕੀ ਹੋਇਆ, ਉੱਥੇ ਉਸ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ took the form of ਬਾਬਾ ਕਰਮ ਸਿੰਘ ਹੋਤੀ ਮਰਦਾਨ,
ਹੋਤੀ ਮਰਦਾਨ ਦਾ ਚਿਹਰਾ ਬਣਾ ਕੇ ਗੁਰੂ ਗੋਬਿੰਦ ਸਿੰਘ ਉੱਥੇ ਜਾ ਕੇ ਖੜ ਗਿਆ ਉਹਦੇ ਵਾਸਤੇ ਕਿ ਮੇਰਾ ਸਿੱਖ ਮੇਰੇ ਧਿਆਨ 'ਚ ਬੈਠਾ ਹੈ, ਟੂ ਸੇਵ ਹਿਮ। ਮਹਾਰਾਜ ਆਪ ਉਹਦੇ ਵਾਸਤੇ ਖੜ ਗਏ ਤੇ ਇਹ ਬ੍ਰਿਟਿਸ਼ ਆਫੀਸਰ ਸਾਰਿਆਂ ਨੂੰ ਦੇਖਦਾ ਜਾਂਦਾ ਹੈ। ਪਰ ਜਦੋਂ ਉੱਥੇ ਪਹੁੰਚਿਆ ਨਾ ਗੁਰੂ ਗੋਬਿੰਦ ਸਿੰਘ ਲਾਗੇ, ਹੁਣ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਤੁਹਾਨੂੰ ਪਤਾ ਕਿਵੇਂ ਹੁੰਦਾ, ਉਹ ਦੇਖ ਕੇ ਉੱਥੇ ਖੜੇ ਗਿਆ, ਕਹਿੰਦਾ ਵਾਓ, ਕਹਿੰਦਾ ਇਹ ਤਾਂ ਪਹਿਲੀ ਵਾਰੀ ਮੈਂ ਦੇਖਿਆ, ਕਹਿੰਦਾ ਉਹ ਦੇਖਦਾ ਹੀ ਰਹਿ ਗਿਆ। ਹੁਣ ਉਹਨੂੰ ਜਿਵੇਂ ਬਲਿਸ ਹੋ ਗਈ, ਉਹਦੇ ਅੰਦਰ ਸ਼ਾਂਤੀ ਆ ਗਈ ਦੇਖ ਕੇ ਮਹਾਰਾਜ ਦਾ ਚਿਹਰਾ। ਤੇ ਉਹ ਜਿਹੜਾ ਕਰਕੇ ਫਿਰ ਉਹਨੇ ਬਾਅਦ ਵਿੱਚ ਜਿਹੜਾ ਹੈ ਬਾਬਾ ਕਰਮ ਸਿੰਘ ਹੋਤੀ ਮਰਦਾਨ ਉੱਠਿਆ, ਕਹਿੰਦਾ ਲੇਟ ਹੋ ਗਿਆ, ਉਹ ਤਿਆਰ ਹੋ ਕੇ ਭੱਜਿਆ ਆ ਰਿਹਾ ਹੈ। ਤੇ ਉਧਰ ਆਫੀਸਰ ਕਹਿੰਦਾ ਭਾਈ ਮੇਰੇ ਕੋਲ ਆਓ, ਮੈਨੂੰ ਦਫ਼ਤਰ 'ਚ ਮਿਲੋ। ਉਹ ਕਹਿੰਦਾ ਹੋ ਗਿਆ ਕੰਮ, ਅੱਜ ਮੇਰਾ ਨਾਂ ਕੱਟਿਆ ਜਾਣਾ ਹੈ, ਇਹਨਾਂ ਨੇ ਮੈਨੂੰ ਬਾਹਰ ਕੱਢ ਦੇਣਾ ਹੈ। ਤੇ ਕੀ ਹੁੰਦਾ, ਉੱਥੇ ਜਾ ਕੇ ਉਹਨੂੰ ਪ੍ਰਮੋਸ਼ਨ ਦਿੱਤਾ ਬਾਬਾ ਕਰਮ ਸਿੰਘ ਹੋਤੀ ਮਰਦਾਨ। ਕਹਿੰਦਾ ਤੇਰਾ ਜਿਹੜਾ ਸੀ ਨਾ ਯੂਨੀਫਾਰਮ, ਤੇਰਾ ਚਿਹਰਾ ਦੇਖ ਕੇ ਅੱਜ ਨਾ ਆਫੀਸਰ ਕਹਿੰਦਾ ਆਈ ਥਿੰਕ ਯੂ ਕੈਨ ਲੀਡ ਦ ਰੈਜੀਮੈਂਟ। ਉਹਨਾਂ ਨੂੰ ਦੇਣ ਲੱਗਿਆ ਉਹ ਪ੍ਰਮੋਸ਼ਨ। ਬਾਬਾ ਕਰਮ ਸਿੰਘ ਸੋਚਣ ਲੱਗਿਆ, ਕਹਿੰਦਾ ਕਲਗੀਧਰ ਪਾਤਸ਼ਾਹ ਤੂੰ ਖੜ ਗਿਆ ਮੇਰੇ ਵਾਸਤੇ, ਜੇ ਤੂੰ ਮੇਰਾ ਕੰਮ ਕੀਤਾ ਅੱਜ ਤੋਂ ਬਾਅਦ ਮੈਂ ਤੇਰਾ ਕੰਮ ਕਰ। ਸੋ ਹੀ ਲੈਫਟ ਦ ਜੌਬ। ਉਹਨਾਂ ਨੇ ਫਿਰ ਸਾਰੀ ਉਮਰ ਪ੍ਰਚਾਰ ਕੀਤਾ। ਸੋ ਦੇਖ, ਗੁਰੂ ਮਹਾਰਾਜ ਤੁਹਾਨੂੰ ਹਰ ਥਾਂ ਤੇ ਬਚਾਉਂਦੇ ਨੇ। ਪਰ ਇੱਕ ਗੱਲ ਹੈ ਨਾ, ਬਿਰਹਾ ਹੈ ਨਾ, ਵਿਦਆਊਟ ਦ ਬਿਰਹਾ ਯੂ ਕੈਨੋਟ ਡੂ ਸਿਮਰਨ, ਵਿਦਆਊਟ ਬਿਰਹਾ ਯੂ ਕੈਨੋਟ ਰੀਡ ਬਾਣੀ ਪ੍ਰੋਪਰਲੀ, ਬਿਕੋਜ਼ ਤਾਂਗ ਹੈ ਨਹੀਂ ਨਾ। ਤੁਸੀਂ ਬਾਣੀ ਕਿਹਦੀ ਪੜ੍ਹ ਰਹੇ ਹੋ, ਕਿਹਦੀ ਪੜ੍ਹ ਰਹੇ ਹੋ? ਹੁਣ ਜਿਵੇਂ ਗੁਰੂ ਮਹਾਰਾਜ ਦੇ ਦਰਸ਼ਨ ਆ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਤੋਂ ਆਪਾਂ ਕਰਦੇ ਹਾਂ। ਹੁਣ ਜਿਵੇਂ ਸਤਿਗੁਰੂ ਗੁਰਬਚਨ ਸਿੰਘ ਜੀ ਆ, ਉਹਨਾਂ ਨੂੰ ਜੇ ਦਰਸ਼ਨ ਨਾ ਹੋਣ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹ ਕਿਹਾ ਕਰਦੇ ਸੀ, ਕਹਿੰਦੇ ਭਾਵੇਂ 100 ਸਾਧੂ ਲਿਆ ਕੇ ਖੜਾ ਕਰ ਦਿਓ, 100 ਸਾਧੂਆਂ ਦੇ ਦਰਸ਼ਨ ਕਰ ਲਈਏ, ਪਰ ਕਹਿੰਦੇ ਗੁਰੂ ਮਹਾਰਾਜ ਦੇ ਦਰਸ਼ਨ ਨਹੀਂ ਹੋ ਸਕਦੇ, ਉਹਦੇ ਵਰਗੇ ਦਰਸ਼ਨ ਕਿਸੇ ਦੇ ਨਹੀਂ ਹੈਗੇ। He couldn't stand like half an hour to 1 hour without having the darshan of Sri Guru Granth Sahib Ji, you know। ਉਹ ਕਹਿੰਦੇ ਇਸ ਤਰ੍ਹਾਂ ਭੱਜ ਕੇ ਜਾਂਦੇ ਹੁੰਦੇ ਸੀ ਨਾ, ਜਿਵੇਂ ਕਹਿੰਦੇ ਮਾਂ ਦੀ ਗੋਦ ਵਿੱਚ ਇੱਕ ਬੱਚਾ ਭੱਜ ਕੇ ਜਾਂਦਾ, ਇੰਨੇ ਪਿਆਰ ਨਾਲ ਜਾਂਦੇ ਹੁੰਦੇ ਸੀ ਵੀ ਮੇਰੇ ਗੁਰੂ ਦੇ ਦਰਸ਼ਨ। ਮੈਂ ਜਾ ਕੇ ਆਪਣੇ ਗੁਰੂ ਦੀ, ਜਿਵੇਂ ਉਹ ਕਹਿੰਦੇ ਗੋਦ ਵਿੱਚ ਬਹਿਣਾ ਨਾ, ਮੈਂ ਜਾ ਕੇ ਬਹਿਣਾ ਉਹਨਾਂ ਦੇ ਕੋਲ, ਪਿਆਰ ਹੋਣਾ ਚਾਹੀਦਾ। ਸੋ ਕਨਕਲੂਸ਼ਨ ਵਾਈਜ਼ ਬਿਰਹਾ ਜਿਹੜਾ ਹੈ, ਇਹ ਸਟੇਟ ਆਫ ਬਿਰਹਾ ਉਹੀ ਅੰਡਰਸਟੈਂਡ ਕਰਨਗੇ ਜੇ ਤੁਹਾਡੇ ਮਨ 'ਚ ਪਿਆਰ ਆ ਜਾਵੇ ਗੁਰੂ ਵਾਸਤੇ। ਦੂਜਾ, ਪਿਆਰ ਤੋਂ ਬਗੈਰ ਇਹ ਬਿਰਹਾ ਜਿਹੜਾ ਹੈ ਕਿਸੇ ਦੇ ਸਮਝ ਨਹੀਂ ਪੈਂਦਾ। ਯੂ ਨੈਵਰ ਨੋ ਦਿਸ ਐਂਡ ਆਈ ਕੈਨ ਟੈਲ ਯੂ ਇਟਸ ਐਕਸਪੀਰੀਅੰਸ ਹੈ ਬਿਰਹਾ ਦਾ। ਕਰਕੇ ਤਾਂ ਦੇਖੋ ਕਿੰਨਾ ਆਨੰਦ ਆਉਂਦਾ ਹੈ। ਕਹਿੰਦੇ ਉਹ ਬਿਰਹਾ ਹੈ ਜਿਹੜਾ ਕਿ ਗੁਰੂ ਮਹਾਰਾਜ ਨੂੰ ਖਿੱਚ ਕੇ ਲਿਆ ਸਕਦਾ ਜਿੱਥੇ ਤੁਸੀਂ ਹੋਵੋਗੇ ਨਾ। ਇਵਨ ਦ ਗੁਰੂ ਹੈਵ ਟੂ ਕਮ ਟੂ ਯੂ। ਹੀ ਇਜ਼ ਦ ਕ੍ਰੀਏਟਰ ਆਫ ਦ ਵਰਲਡ ਬਟ ਹੀ ਵਿਲ ਕਮ ਟੂ ਯੂ। ਦੇਖੋ ਭਾਈ ਲਾਲੋ ਜੀ ਸੀ ਨਾ, ਗਰੀਬ ਸੀਗੇ ਨਾ, ਗੁਰੂ ਨਾਨਕ ਉਹਦੇ ਘਰ ਗਏ, ਉਹਦੇ ਘਰ ਜਾ ਕੇ ਉਹਦੇ ਨਾਲ ਰਹੇ। ਗਰੀਬ ਸੀਗਾ ਵਿਚਾਰਾ, ਉਹਦੀ ਤਾਂ ਕੋਈ ਬੰਦਾ ਵੀ ਨਹੀਂ ਸੁਣਦਾ ਸੀ, ਉਹਦੇ ਰਿਸ਼ਤੇਦਾਰ ਵੀ ਨਹੀਂ ਉਹਦੀ ਗੱਲ ਸੁਣਦੇ ਸੀਗੇ। ਬਟ ਜਦੋਂ ਉਹਨੇ ਗੁਰੂ ਨਾਨਕ ਨੂੰ ਸੱਦਿਆ, ਗੁਰੂ ਨਾਨਕ ਉਹਦੇ ਘਰ ਜਾ ਕੇ ਪਹੁੰਚ ਗਏ। ਵਾਟ ਐਲਸ ਡੂ ਯੂ ਵਾਂਟ? ਆਪਾਂ ਤਾਂ ਇੰਨੇ ਫੋਰਚੂਨੇਟ ਹਾਂ ਜਿਹਦਾ ਗੁਰੂ ਇੰਨਾ ਦਿਆਲੂ ਹੈ। ਤੋ ਫਿਰ ਕਹਿੰਦੇ ਬਿਰਹਾ ਜਿਹੜਾ ਹੈ ਗੁਰੂ ਦੀ ਕਿਰਪਾ ਨਾਲ ਹੀ ਆ ਸਕਦਾ। ਗੁਰੂ ਦੀ ਕਿਰਪਾ ਦੀ ਲੋੜ ਹੈ। ਗੁਰੂ ਮਹਾਰਾਜ ਤਾਂ ਆਪਣੇ ਮਾਂ-ਬਾਪ ਆ ਨਾ, ਉਹਨੇ ਤਾਂ ਆਪਣੀਆਂ ਗਲਤੀਆਂ ਨਹੀਂ ਦੇਖਣੀਆਂ ਨਾ। ਉਹ ਦੇਖਣਗੇ ਬੱਚੇ, ਤੁਸੀਂ ਹੁਣ ਆਪਣੇ ਬੱਚੇ ਨੂੰ ਦੇਖਦੇ ਆ, ਤੁਸੀਂ ਉਹਦੀਆਂ ਗਲਤੀਆਂ ਦੇਖੋਗੇ। ਬੱਚੇ ਤੇਰੇ 'ਚ ਇਹ ਗਲਤੀ ਹੈ, ਇਹ ਗਲਤੀ, ਆਈ ਡੋਂਟ ਲਾਈਕ ਯੂ, ਆਈ ਹੇਟ ਯੂ, ਤੁਸੀਂ ਕਹੋਗੇ ਨਹੀਂ ਨਾ। ਗੁਰੂ ਮਹਾਰਾਜ ਫਿਰ ਆਪਾਂ ਨੂੰ ਵੀ ਇਸ ਤਰ੍ਹਾਂ ਹੀ ਕਰਦੇ ਨਾ। ਉਹ ਆਪਣੀਆਂ ਗਲਤੀਆਂ ਨਹੀਂ ਦੇਖਦੇ, ਉਹ ਆਪਾਂ ਨੂੰ ਪਿਆਰ ਕਰਦੇ ਨੇ। ਉਹਨਾਂ ਨੇ ਆਪਣੇ ਵਿੱਚ ਚੰਗਿਆਈਆਂ ਦੇਖਣੀਆਂ ਨੇ, ਬੁਰਾਈਆਂ ਨਹੀਂ ਦੇਖਣੀਆਂ। ਫਿਰ ਕਹਿੰਦੇ ਗੁਰਮੁਖਾਂ ਵਾਸਤੇ ਇਹ ਜਿਹੜਾ ਪ੍ਰੇਮ ਹੈ ਨਾ, ਕਹਿੰਦੇ ਆਪਣੇ ਪਿਆਰੇ ਵਾਸਤੇ ਹੈ। ਉਹ ਆਪਣੇ ਪਿਆਰੇ ਵਾਸਤੇ ਕੁਝ ਵੀ ਕਰ ਸਕਦੇ ਨੇ, ਕਹਿਣ ਦੀ ਲੋੜ ਨਹੀਂ, ਦੱਸਣ ਦੀ ਲੋੜ ਨਹੀਂ, ਉਹਨਾਂ ਨੇ ਕਰੇ ਦੇਣਾ। ਜਿਵੇਂ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਸੀਗੇ ਨਾ ਦੋ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਭਾਈ ਡੱਲਾ ਜੀ ਸੀਗੇ, ਮਹਾਰਾਜ ਉੱਥੇ ਗਏ ਨਾ ਡੱਲੇ। ਸੋ ਭਾਈ ਡੱਲਾ ਜੀ ਜਿਹੜੇ ਸੀਗੇ, ਉਹ ਗੁਰੂ ਗੋਬਿੰਦ ਸਿੰਘ ਨੂੰ ਆ ਕੇ ਕਹਿੰਦੇ ਨਾ, ਮਹਾਰਾਜ ਜੇ ਚਮਕੌਰ ਦੀ ਗੜੀ ਵਿੱਚ ਮੈਂ ਹੁੰਦੇ ਨਾ, ਮੇਰੇ ਬੰਦੇ ਹੁੰਦੇ, ਆਪਾਂ ਸਾਹਿਬਜ਼ਾਦਿਆਂ ਨੂੰ ਬਚਾ ਲੈਣਾ ਸੀ। ਵੀ ਕੁਡ ਹੈਵ ਸੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਵੀ ਵੁਡ ਹੈਵ ਫੌਟ। ਗੁਰੂ ਮਹਾਰਾਜ ਕਹਿੰਦੇ ਤੇ ਤੋਂ ਨਹੀਂ ਹੋਣਾ ਉਹ ਕੰਮ, ਇਟਸ ਨਾਟ ਫॉर ਯੂ। ਉਹ ਤਾਂ ਉਹੀ ਆ ਜਿਹੜੇ ਸ਼ਹੀਦੀਆਂ ਪਾ ਕੇ ਉਹੀ ਕਰ ਸਕਦੇ ਸੀ, ਤੇ ਤੋਂ ਨਹੀਂ ਹੋਣਾ। ਉਹ ਮੰਨਿਆ ਨਹੀਂ। ਹੀ ਹੈਜ਼ ਅ ਡਾਊਟ, ਕਹਿੰਦਾ ਜਿਵੇਂ ਹੁੰਦਾ ਨਾ, ਆਈ ਕੁਡ ਹੈਵ ਡਨ ਇਟ। ਇੱਕ ਦਿਨ ਮਹਾਰਾਜ ਨੂੰ ਕਿਸੇ ਨੇ ਗਨ ਲਿਆ ਕੇ ਦਿੱਤੀ, ਮਹਾਰਾਜ ਨੂੰ ਭੇਟਾ ਕੀਤੀ ਗਨ ਗੁਰੂ ਗੋਬਿੰਦ ਸਿੰਘ ਜੀ ਨੂੰ। ਤੇ ਮਹਾਰਾਜ ਨੇ ਗਨ ਚੁੱਕ ਕੇ ਨਾ ਦੇਖੀ, ਉਹ ਕਹਿੰਦਾ ਮਹਾਰਾਜ ਇਹ ਗਨ ਜਿੱਥੇ ਤੁਸੀਂ ਏਮ ਕਰੋਗੇ ਨਾ, ਉੱਥੇ ਗੋਲੀ ਵੱਜਣੀ ਹੈ ਜਾ ਕੇ। ਤੇ ਮਹਾਰਾਜ ਕਹਿੰਦੇ ਚੰਗਾ। ਫਿਰ ਮਹਾਰਾਜ ਨੇ ਇੱਕ ਆਵਾਜ਼ ਮਾਰੀ, ਗੁਰਸਿੱਖੋ ਆਓ, ਇਹ ਜਿਹੜਾ ਬੰਦੂਕ ਦਾ ਨਿਸ਼ਾਨਾ ਲਾਉਣਾ ਹੈ। ਕੀ ਹੋਇਆ ਨਾ, ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਦੋਵੇਂ ਪਿਓ ਪੁੱਤਰ ਸੀਗੇ, ਫਾਦਰ ਐਂਡ ਸਨ। ਉਹ ਨਾ ਦਸਤਾਰਾਂ ਬੰਨ੍ਹ ਰਹੇ ਸੀਗੇ। ਜਦੋਂ ਸੁਣਿਆ ਗੁਰੂ ਗੋਬਿੰਦ ਸਿੰਘ ਨੇ ਕਿਹਾ, ਅੱਧੀ ਦਸਤਾਰ ਹੱਥ ਵਿੱਚ, ਉਹ ਭੱਜੇ ਆਏ ਦੋਵੇਂ। ਭੱਜੇ ਆ ਕੇ ਪਿਓ ਮੂਹਰੇ ਹੋਵੇ, ਉਹਦਾ ਮੁੰਡਾ ਕਹੇ ਨਹੀਂ ਨਹੀਂ ਤੂੰ ਪਿੱਛੇ ਹਟ, ਮੈਂ ਪਹਿਲਾਂ ਆਇਆ ਸੀਗਾ, ਤੂੰ ਮੂਹਰੇ ਹੋ। ਉਹ ਲੜਨ ਲੱਗ ਗਏ ਜੀ ਮਹਾਰਾਜ ਦੇ ਸਾਹਮਣੇ। ਤੇ ਮਹਾਰਾਜ ਕਹਿੰਦੇ ਕੋਈ ਨਹੀਂ, ਫਿਰ ਤੁਸੀਂ ਦੋਵੇਂ ਖੜ ਜਾਓ। ਦੋਵਾਂ ਨੂੰ ਖੜਾ ਲਿਆ। ਮਹਾਰਾਜ ਨੇ ਗੋਲੀ ਚੱਕੀ, ਉਹ ਖੜੇ ਰਹੇ ਐਨ ਬੜੇ ਖੁਸ਼। ਕਹਿੰਦੇ ਵਾਹ, ਅੱਜ ਸਾਨੂੰ ਨਾ ਗੁਰੂ ਗੋਬਿੰਦ ਸਿੰਘ ਨੇ ਗੋਲੀ ਮਾਰਨੀ ਆ। ਤੇ ਫਿਰ ਮਹਾਰਾਜ ਕਹਿਣ ਲੱਗੇ ਨਾ ਭਾਈ ਡੱਲੇ ਨੂੰ, ਤੋਂ ਪਹਿਲਾਂ ਡੱਲਿਆ ਤੂੰ ਆਪਣਾ ਕੋਈ ਬੰਦਾ ਲੈ ਕੇ ਆ।
ਜਿਹੜਾ ਮੂਰੇ ਖੜੇ ਮੈਂ ਏਮ ਕਰਾਂ, ਡੱਲਾ ਗਿਆ ਆਪਣੇ ਬੰਦਿਆਂ ਕੋਲ, ਉਹ ਬੰਦੇ ਕਹਿੰਦੇ ਭਾਈ ਤੂੰ ਕੀ ਕਰ ਰਿਹਾ, ਇਸ ਕਮਿੰਗ ਸੁਸਾਈਡ ਯੂ ਨੋ, ਜੇ ਕੋਈ ਲੜਾਈ ਹੋਵੇ ਤਾਂ ਮਰਦੇ ਚੰਗੇ ਆ ਕੀ ਗੋਲੀ ਮਾਰਨੀ ਹੈ, ਕਹਿੰਦੇ ਕੋਈ ਨਿਸ਼ਾਨੇ ਤੇ ਮਾਰ ਲਵੇ, ਬੰਦਿਆਂ ਤੇ ਮਾਰਨੀ ਹੈ ਗੋਲੀ, ਕਹਿੰਦੇ ਗੁਰੂ ਸਾਹਿਬ ਕਰਦੇ ਕੀ ਆ, ਕੋਈ ਵੀ ਨਹੀਂ ਆਇਆ ਇਹ ਨਾ। ਡੱਲਾ ਰੁੰਦਾ ਹੋਇਆ ਮਹਾਰਾਜ ਕੋਲ ਆ ਗਿਆ, ਮਹਾਰਾਜ ਨੇ ਦਿਖਾਇਆ ਆ ਮੇਰੇ ਸਿੱਖ ਆ ਗਰੀਬ ਸਿੱਖ, ਕਹਿੰਦੇ ਇਹ ਲੜੇ ਆ ਚਮਕੌਰ ਦੇ ਵਿੱਚ, ਕਹਿੰਦੇ ਇਹੀ ਸਿੱਖ ਕਰ ਸਕਦੇ, ਤੇਰੇ ਬੰਦੇ ਨਹੀਂ ਕਰ ਸਕਦੇ। See what was the difference? Love. ਗੁਰੂ ਨੇ ਮਾਰਨੀ ਆ ਨਾ, ਗੁਰੂ ਮਾਰੇਗਾ ਹੋਰ ਕੀ ਚਾਹੀਦਾ ਹੈ ਨਾ। ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗੇ, ਹਾਂਜੀ ਮਹਾਰਾਜ ਜੇ ਮਾਰੇਗਾ ਵੀ, ਮਾਂ ਬਾਪ ਆਪਣੇ ਬੱਚੇ ਨੂੰ ਮਾਰਦੇ ਉਹਦੇ ਭਲੇ ਵਾਸਤੇ ਕਰਦੇ ਆ ਨਾ, ਉਹਦਾ ਬੁਰਾ ਤਾਂ ਨਹੀਂ ਨਾ ਕਰਦੇ ਕਿਤੇ। that much of faith you must have on your guru. ਸੋ ਫਿਰ ਕਹਿੰਦੇ ਜੇ ਗੁਰੂ ਮਹਾਰਾਜ ਜੀ ਚਾਹੇ ਤਾਂ ਸਾਰਾ ਹੀ ਡਿਲੂਸ਼ਨ ਦੂਰ ਕਰ ਦਿੰਦੇ ਨੇ ਮਾਇਆ ਦਾ। ਹੀ ਵਿਲ ਸ਼ੋ ਯੂ ਦ ਟਰੂਥ ਵਿਚ ਯੂ ਨੀਡ ਟੂ ਸੀ sooner or later। ਫਿਰ ਇਹੀ ਜਿਹੜਾ ਹਨ ਗੁਰੂ ਮਹਾਰਾਜ ਦੇ ਦਰਸ਼ਨ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਵਿੱਚੋਂ ਹੀ 10 ਪਾਤਸ਼ਾਹਾਂ ਜੀ ਦੇ ਦਰਸ਼ਨ ਨੇ। all the 10 ਗੁਰੂਸ ਆਰ ਦੇयर। ਅੱਜ ਵੀ ਤੁਸੀਂ ਕਰਨੇ ਆ, ਜਿੱਥੇ ਪ੍ਰਕਾਸ਼ ਆ ਜਾਓ, ਜਿੱਥੇ ਮਹਾਰਾਜ ਦਾ ਸਰੂਪ ਹੈ ਜਾਓ, ਤੁਹਾਨੂੰ ਅੱਜ ਵੀ ਦਰਸ਼ਨ ਹੋਣਗੇ। ਗੁਰੂ ਮਹਾਰਾਜ ਦੂਰ ਨਹੀਂ ਗਏ, ਮਹਾਰਾਜ ਪ੍ਰਤੱਖ ਨੇ। ਫਿਰ ਅਖੀਰਲੀ ਗੱਲ ਹੈ, ਕਹਿਣ ਲੱਗੇ ਮਹਾਰਾਜ ਜਿਹਦੇ ਤੇ ਆਪਣੀ ਕਿਰਪਾ ਕਰ ਦਿੰਦੇ ਨਾ, ਜਿਹਦੇ ਨਾਲ ਮਹਾਰਾਜ ਜੀ ਪਿਆਰ ਕਰਦੇ ਨਾ, ਉਹਨੂੰ ਇਹ ਬਿਰਹਾ ਦਿੰਦੇ। ਸੋ ਇਫ ਐਵਰ ਯੂ ਫੀਲ ਦੈਟ ਯੂ ਹੈਵ ਮਿਸਡ ਆਊਟ ਯੋਰ ਨਿਤਨੇਮ, ਯੂ ਫੀਲ ਮੇਰੇ ਤੋਂ ਅੱਜ ਹੋਇਆ ਨਹੀਂ, ਸਿਮਰਨ ਕਰਨਾ ਸੀ ਮੇਰੇ ਤੋਂ ਹੋਇਆ ਨਹੀਂ, ਮੈਂ ਮਾਲਾ ਫੇਰਨੀ ਸੀ ਮੇਰੇ ਤੋਂ ਹੋਈ ਨਹੀਂ, ਇੰਨਾ ਹੀ ਬਹੁਤ ਹੈ। ਮਹਾਰਾਜ ਨੇ ਕਿਰਪਾ ਕਰ ਰਹੇ ਨੇ ਤੁਹਾਡੇ ਤੇ। ਸੋ ਇਹ ਬਿਰਹਾ ਹੈ। See, this is life. Life is only good when it's worth for others. Life is not good if it's only worth for you. So, ਬਿਰਹਾ ਬਹੁਤ ਵੱਡੀ ਦਾਤ ਹੈ। ਸੋ ਇੰਨਾ ਕੁਝ ਕਹਿੰਦਿਆਂ ਹੋਇਆਂ ਭੁੱਲਾਂ ਚੁੱਕਣ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।